ਦੋਖ ਨੀਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦਾਹਾਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਅਟਲ ਬਾਕ ਹਮਰੇ ਗੁਰ ਕੇਰ। ਜਥਾ ਨਾ ਚਲੈ ਬਾਇ ਤੇ ਮੇਰ। ਰਾਜ ਪੁਸਤ ਲੋ ਜਬ ਬਰ ਜਾਚਾ। ਕਿਰਪਾ ਨਿਧਾਨ ਤਬੈ ਇਉ ਬਾਚਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ। ਆਓ ਮਹਾਰਾਜ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ ਸਤਿਗੁਰਾਂ ਦੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸਰਵਣ ਕਰਦੇ ਹੋ। ਚੱਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ ਰਸਨਾ ਪਵਿੱਤਰ ਕਰਨੀ ਜੀ। ਗੁਰੂ ਫਤਿਹ ਨਾਲ ਸਾਂਝ ਪਾਉਣੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕਰਕੇ ਕੈਦ ਵਿੱਚ ਪਾਇਆ ਹੈ ਤੇ ਜਿਸ ਕਿਲੇ ਦੇ ਅੰਦਰ ਕੈਦ ਪਾਇਆ ਹੈ ਕਿਲੇਦਾਰ ਜਿਹੜਾ ਹੈ ਮਹਾਰਾਜ ਜੀ ਕੀ ਰਖਵਾਲੀ ਤੇ ਬੈਠਾ ਮਹਾਰਾਜ ਜੀ ਵੱਲ ਰੋਜ਼ਾਨਾ ਤੱਕਦਾ ਹੈ। ਮਹਾਰਾਜ ਕੇ ਦਰਸ਼ਨ ਕਰਦਾ ਹੈ। ਮਹਾਰਾਜ ਜੀ ਕੇ ਚਿਹਰੇ ਦੀ ਬਖਸ਼ਿਸ਼ ਨੂੰ ਵੇਖਦਾ ਹੈ। ਮਹਾਰਾਜ ਜੀ ਕੇ ਸ਼ੀਤਲ ਮ੍ਰਿਦਲ ਸੁਭਾਅ ਵੱਲ ਤੱਕਦਾ ਹੈ। ਮਹਾਰਾਜ ਜੀ ਕੀ ਬੰਦਗੀ ਵੱਲ ਵੇਖਦਾ ਹੈ ਤੇ ਮਨ ਅੰਦਰ ਆਇਆ ਵਿਚਾਰ ਆਇਆ ਕਿ ਇਹ ਤੇ ਬਹੁਤ ਬਖਸ਼ਿਸ਼ ਦੇ ਮਾਲਕ ਹਨ। ਜਿਤਨੀ ਹਲੀਮੀ ਅੰਦਰ ਵਿਚਰਦੇ ਨੇ, ਜਿੰਨੇ ਪਿਆਰ ਸਹਿਤ ਬੈਠੇ ਨੇ, ਜਿਤਨੀ ਨਿਰਭੈਤਾ ਦੇ ਨਾਲ ਇਸ ਸਥਾਨ ਤੇ ਵੀ ਵਿਚਰ ਰਹੇ ਨੇ, ਜ਼ਰੂਰ ਇਹਨਾਂ ਪਾਸ ਕੋਈ ਨਾ ਕੋਈ ਅਜ਼ਮਤ ਹੈ। ਅਖੀਰ ਮਹਾਰਾਜ ਜੀ ਕੇ ਸਨਮੁਖ ਆ ਕੇ ਬੇਨਤੀ ਕਰਦਾ ਹੈ ਗਰੀਬ ਨਿਵਾਜ, ਜੇ ਸੱਚਮੁੱਚ ਆਪ ਜੀ ਕੇ ਪਾਸ ਇਤਨੀ ਤਾਕਤ ਹੈ ਤੇ ਫਿਰ ਇਸ ਕੈਦ ਅੰਦਰ ਕਿਉਂ ਬੈਠੇ ਹੋ? ਇਸ ਤਾਕਤ ਦੀ ਕੋਈ ਕਲਾ ਵਰਤਾਓ, ਇਸ ਬਾਦਸ਼ਾਹ ਨੂੰ ਕੋਈ ਅਜ਼ਮਤ ਵਿਖਾਓ ਤੇ ਇੱਥੋਂ ਰਿਹਾ ਹੋ ਕਰਕੇ ਸੁਖ ਚੈਨ ਦਾ ਆਨੰਦ ਦਾ ਜੀਵਨ ਬਾਹਰ ਜਾ ਕੇ ਬਤੀਤ ਕਰੋ।
ਸੋ ਉਸਨੇ ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮੈਂ ਰੋਜ਼ਾਨਾ ਦੇਖਦਾ ਹਾਂ ਆਪ ਕਿਸ ਵਿਧ ਵਿਚਰ ਰਹੇ ਹੋ। ਜਿਵੇਂ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਉਸ ਨੂੰ ਬਖਸ਼ਿਸ਼ ਕੀਤੀ, ਤਰਵਾਸ ਬਖਸ਼ਿਆ, ਨਾਲ ਜਿਹੜਾ ਅਸਲ ਸੱਚ ਜਿਸ ਕਰਕੇ ਮਹਾਰਾਜ ਦਿੱਲੀ ਜਾ ਗਏ ਸਨ, ਜਿਹੜੇ ਕਾਰਨ ਨੇ, ਕੋਈ ਥੋੜ੍ਹਾ ਜਿਹਾ ਉਹਦਾ ਵਿਖਿਆਨ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕੀਤਾ ਹੈ। ਗੁਰਦੇਵ ਕਹਿਣ ਲੱਗੇ, ਜੇ ਹਮ ਛੁਟਿਓ ਚਹਿਤ ਕਿਤ ਜਾਤ, ਤੋ ਕਿਮ ਪਰੈ ਕੈਦ ਮਹਿ ਮਾਹੇ। ਸ਼੍ਰੀ ਨਾਨਕ ਕੋ ਬਰਨ ਪਇਓ, ਰਾਜ ਜਗਤ ਕੋ ਬਾਬਰ ਲਿਓ। ਅੱਗੇ ਮਹਾਰਾਜ ਬਚਨ ਕਰਦੇ ਨੇ, ਅਟਲ ਬਾਕ ਹਮਰੇ ਗੁਰ ਕੇਰ, ਜਥਾ ਨ ਚੱਲੈ ਬਾਯੂ ਤੇ ਮੇਰ। ਇਹਦੇ ਭਾਵ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਅਸੀਂ ਆਪਣੀ ਮੌਜ ਵਿੱਚ ਹੀ ਇੱਥੇ ਆ ਕਰਕੇ ਕੈਦ ਪਏ ਹਾਂ, ਸਾਨੂੰ ਕੈਦ ਕਰਨ ਦੀ ਔਰੰਗਜ਼ੇਬ ਵਿੱਚ ਸਮਰੱਥਾ ਨਹੀਂ ਹੈ। ਪਰੰਤੂ ਕਿਉਂ ਕੈਦ ਹੋਏ ਹੋ? ਇਹਦੇ ਪਿੱਛੇ ਵੀ ਕੁਝ ਕਾਰਨ ਨੇ, ਕਿਉਂਕਿ ਕੋਈ ਸਮਾਂ ਸੀ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਮੇਂ ਦੇ ਹੁਕਮਰਾਨ ਬਾਬਰ ਨਾਲ ਮੁਲਾਕਾਤ ਕੀਤੀ। ਪਹਿਲੇ ਉਹ ਜੋ ਜ਼ੁਲਮ ਕਰ ਰਿਹਾ ਸੀ, ਮਹਾਰਾਜ ਨੇ ਉਸ ਨੂੰ ਵਰਜਿਆ। ਉਹ ਮਹਾਰਾਜ ਕੀ ਸ਼ਰਨ ਪਿਆ, ਮਹਾਰਾਜ ਨੇ ਉਸ ਨੂੰ ਅਸੀਸ ਦੇ ਦਿੱਤੀ, ਉਹਦਾ ਰਾਜ ਕਾਇਮ ਹੋ ਗਿਆ, ਉਹਦੀ ਗੱਦੀ ਚੱਲ ਪਈ, ਤੁਰਕ ਰਾਜ ਬਣ ਗਿਆ। ਸੋ ਰਾਜ ਜਗਤ ਮੈਂ ਬਾਬਰ ਲਈ ਉਹਨੇ ਫਿਰ ਬਹੁਤ ਵੱਡਾ ਰਾਜ ਕੀਤਾ। ਪੀੜ੍ਹੀ ਦਰ ਪੀੜ੍ਹੀ ਇਹ ਜਿਹੜਾ ਮੁਗਲੀਆ ਰਾਜ ਹੈ ਇਹ ਚੱਲਦਾ ਰਿਹਾ, ਕਿਉਂਕਿ ਮਹਾਰਾਜ ਕਹਿਣ ਲੱਗੇ, ਵੱਡੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਦਿੱਤੀ ਹੋਈ ਅਸੀਸ ਹੈ, ਜਥਾ ਨਾ ਚੱਲੇ ਬਾਯੂ ਤੇ ਮੇਰ। ਜਿਵੇਂ ਹਵਾ ਦੇ ਨਾਲ ਕਦੇ ਮੇਰ ਪਰਬਤ, ਵੱਡੇ ਸੁਮੇਰ ਪਰਬਤ ਡੋਲਿਆ ਨਹੀਂ ਕਰਦੇ, ਇੱਦਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਕਹੇ ਹੋਏ ਵਚਨ ਕਦੇ ਅਫੁਰ ਨਹੀਂ ਹੁੰਦੇ, ਭਾਵ ਸਦੀਵ ਸੱਚ ਵਰਤਦੇ ਹਨ। ਰਾਜ ਪੁੱਛ ਲੋ ਅਬਰ ਜਾਚਾ। ਬਾਬਰ ਨੇ ਉਸ ਵਕਤ ਬੇਨਤੀ ਕਰਕੇ ਪੁਸ਼ਤਾਂ ਦਾ ਰਾਜ ਮਹਾਰਾਜੀਆਂ ਤੋਂ ਮੰਗਿਆ ਸੀ, ਤੇ ਮਹਾਰਾਜ ਨੇ ਕਿਰਪਾ ਕੀਤੀ। ਕਿਰਪਾ ਨਿਧਾਨ ਤਬੈ ਵਾਚਾ, ਮਹਾਰਾਜ ਨੇ ਆਪਣੇ ਮੁਖ ਤੋਂ ਅਸੀਸ ਦੇ ਦਿੱਤੀ। ਲੇਕਿਨ ਜਿਸ ਵਿੱਚ ਦਿੱਤੀ ਹੈ, ਜਿਵੇਂ ਰਾਜ ਬਖਸ਼ਿਆ ਹੈ, ਉਹ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੱਸ ਰਹੇ ਹਨ। ਤਵ ਕੁਲ ਮੈਂ ਜਬ ਹੋਏ ਅਨਿਆਏ। ਮਹਾਰਾਜ ਕਹਿ ਰਹੇ ਸਨ ਉਸ ਵਕਤ, ਜਿਸ ਵਕਤ ਇਹ ਵਰ ਦਿੱਤਾ ਗਿਆ, ਗੁਰਦੇਵ ਨੇ ਵਚਨ ਕਹੇ ਗੁਰੂ ਨਾਨਕ ਸਾਹਿਬ ਜੀਆਂ ਨੇ ਕਿ ਬਾਬਰ ਰਾਜ ਤੇਰਾ ਬਣ ਜਾਏਗਾ, ਤੇ ਰਾਜ ਵੀ ਪੀੜ੍ਹੀ ਦਰ ਪੀੜ੍ਹੀ ਤੇਰਾ ਚੱਲਦਾ ਰਹੇਗਾ। ਚੱਲੇਗਾ ਉਦੋਂ ਤੱਕ ਜਦੋਂ ਤੱਕ ਤੇਰੀ ਕੁਲ ਦੇ ਵਾਰਿਸ ਇਸ ਤਖਤ ਤੇ ਬਹਿ ਕਰਕੇ ਨਿਆਂ ਕਰਨਗੇ, ਉਦੋਂ ਤੱਕ ਇਹ ਰਾਜ ਤੇਰਾ ਸਲਾਮਤ ਰਹੇਗਾ। ਲੇਕਿਨ ਯਾਦ ਰੱਖੀ, ਜਿਸ ਦਿਨ ਕਿਸੇ ਨੇ ਇਸ ਰਾਜ ਤਖਤ ਤੇ ਬਹਿ ਕੇ ਅਨਿਆਏ ਕਰਨਾ ਸ਼ੁਰੂ ਕਰ ਦਿੱਤਾ, ਨਿਆਂ ਤੋਂ ਹਟ ਗਿਆ, ਉਸ ਦਿਨ ਫਿਰ ਇਹ ਰਾਜ ਜਿਹੜਾ ਹੈ ਇਹ ਖਤਮ ਹੋ ਜਾਏਗਾ। ਕਰ ਕੂਰੇ ਛੀਨੈ ਤਬ ਆਏ। ਫਿਰ ਅਸੀਂ ਆਪ ਹੀ ਤੇਰੇ ਪਾਸ ਆ ਕਰਕੇ ਰਾਜ ਲੈ ਲੈਣਾ ਹੈ। ਹੁਣ ਇੱਕ ਜਾਮੇ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਪ੍ਰਗਟ ਹੋ ਕਰਕੇ ਉਸ ਨੂੰ ਅਸੀਸ ਦਿੱਤੀ ਹੈ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਜੋਤ 9ਵੇਂ ਘਰ ਵਿੱਚ ਪ੍ਰਗਟ ਹੋ ਕੇ 9ਵੇਂ ਥਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਕੌਤਕ ਵਰਤਾ ਰਹੇ ਹਨ। 10ਵੇਂ ਜਾਮੇ ਦੇ ਅੰਦਰ ਮਹਾਰਾਜ ਜੀਆਂ ਨੇ ਸਾਰਾ ਰਾਜ ਤੇਜ ਛੀਨ ਹੀ ਲਿਆ। ਸੋ ਜਿਸ ਵਕਤ ਦਾ ਨਿਆਏ ਹੋਣਾ ਸ਼ੁਰੂ ਹੋ ਗਿਆ, ਫਿਰ ਅਸੀਂ ਆਪ ਹੀ ਕਿਸੇ ਨਾ ਕਿਸੇ ਤਰੀਕੇ ਵਿਧ ਬਣਾ ਕਰਕੇ ਤੇਰਾ ਰਾਜ ਸਭ ਵਾਪਸ ਲੈਣਾ ਹੈ। ਆਬਿਨ ਕਸ਼ਟ ਜਗਤ ਕੋ ਦੀਨਾ। ਮਹਾਰਾਜ ਉਸ ਕਿਲੇਦਾਰ ਨੂੰ ਕਹਿ ਰਹੇ ਸਨ ਕਿ ਹੁਣ ਇਹ ਜਿਹੜਾ ਬਾਦਸ਼ਾਹ ਹੈ ਨਾ ਔਰੰਗਜ਼ੇਬ, ਇਸ ਨੇ ਤਖਤ ਤੇ ਬੈਠ ਕਰਕੇ ਦੇਖੋ ਕਿਤਨਾ ਜਗਤ ਨੂੰ ਕਸ਼ਟ ਦਿੱਤਾ ਹੈ, ਜੋ ਕੁਝ ਕਰ ਰਿਹਾ ਹੈ, ਜਿਸ ਵਿੱਚ ਵਿਚਰ ਰਿਹਾ ਹੈ। ਸੋ ਬਹੁਤ ਭਾਰੀ ਕਸ਼ਟ ਹੈ ਜੋ ਇਸ ਨੇ ਹੁਣ ਦੇਣੇ ਸ਼ੁਰੂ ਕਰ ਦਿੱਤੇ ਹਨ। ਕਰਿਓ ਚਹਿ ਹਿੰਦੁਨ ਤਰਮਹੀਨਾ। ਕਿਉਂਕਿ ਬਾਦਸ਼ਾਹ ਬਣਨ ਉਪਰੰਤ ਹੁਣ ਜਿਹੜੇ ਹਿੰਦੂ ਵਰਨ ਸਨਾਤਨੀ ਮਤ ਹੈ, ਉਹਨਾਂ ਨੂੰ ਧਰਮ ਹੀ ਖਤਮ ਕਰਨਾ ਚਾਹੁੰਦਾ ਹੈ। ਆਪਣੇ ਰਾਜ ਦੇ ਵਿੱਚ ਹਿੰਦੂਆਂ ਦਾ ਧਰਮ ਹੀ ਮੁਕਾਉਣਾ ਚਾਹੁੰਦਾ ਹੈ। ਇਹ ਜੋ ਕਾਰਜ ਹੈ ਇਹ ਇਹਦੇ ਰਾਜ ਦੇ ਨਾਸ ਦਾ ਕਾਰਨ ਹੈ ਜੀ। ਸੰਤ ਅਨੇਕ ਮਤਨ ਕੇ ਜੋਏ। ਅਨੇਕਾਂ ਹੀ ਮਤਾਂ ਦੇ ਵੱਖ-ਵੱਖ ਸੰਤ ਜਨ ਜੋ ਕਿ ਇੱਥੇ ਹਿੰਦੁਸਤਾਨ ਦੀ ਧਰਤੀ ਤੇ ਰਹਿੰਦੇ ਸਨ। ਪ੍ਰਾਨ ਬਿਨਾਸੀ ਕੀਨੇ ਸੋਏ। ਇਸ ਤੋਂ ਪਹਿਲਾਂ ਇਸ ਬਾਦਸ਼ਾਹ ਨੇ ਇਸ ਤਖਤ ਤੇ ਬਹਿ ਕਰਕੇ ਉਹਨਾਂ ਸਭ ਸੰਤਾਂ ਦੇ ਪ੍ਰਾਣ ਲੈ ਲਏ ਹਨ, ਭਾਵ ਉਹਨਾਂ ਨੂੰ ਕਤਲ ਕਰਵਾ ਦਿੱਤਾ। ਕਿਸੇ ਨੂੰ ਕਿਵੇਂ ਦੋਸ਼ ਲਾ ਕਰਕੇ, ਹੁਕਮ ਦੇ ਕਰਕੇ ਇਹਨੇ ਅਨੇਕ ਸੰਤਾਂ ਦੇ ਕਤਲ ਕਰਵਾਏ ਹਨ। ਬ੍ਰਿੰਦ ਤੁਰਕ ਤਨ ਮੈਂ ਦਰਵੇਸ਼। ਤੇ ਬਹੁਤ ਸਾਰੇ ਐਸੇ ਹੋਰ ਵੀ ਸਨ ਤੁਰਕ, ਜਿਹੜੇ ਕਿ ਧਰਮ ਕਰਕੇ ਭਾਵੇਂ ਇਸਲਾਮ ਨਾਲ ਹੀ ਸੰਬੰਧਿਤ ਰੱਖਦੇ ਸਨ,
ਲੇਕਿਨ ਉਹ ਇਸ ਬਾਦਸ਼ਾਹ ਅੱਗੇ ਨਿਮਨ ਲਈ ਤਿਆਰ ਨਹੀਂ ਸਨ, ਕਿਉਂਕਿ ਉਹ ਸੱਚ ਦੇ ਪੁਜਾਰੀ ਸਨ, ਦਰਵੇਸ਼ ਸਨ, ਫਕੀਰ ਸਨ, ਉੱਚੀ ਸੁਰਤੀ ਰੱਖਣ ਵਾਲੇ ਸਨ, ਇਬਾਦਤ ਕਰਨ ਵਾਲੇ ਸਨ। ਨਾਲ ਹੀ ਮਹਾਰਾਜ ਕਹਿਣ ਲੱਗੇ, ਉਹ ਵੀ ਤੁਹਾਡੇ ਬਾਦਸ਼ਾਹ ਨੇ ਸਭ ਕਤਲ ਕਰਵਾ ਦਿੱਤੇ ਹਨ। ਹੈਗੇ ਉਹ ਵੀ ਫਕੀਰ ਤਬੀਅਤ ਇਨਸਾਨ ਸਨ, ਇਸਲਾਮੀ ਵੀ ਸਨ, ਧਰਮ ਇਸੇ ਧਰਮ ਨਾਲ ਸੰਬੰਧਿਤ ਸਨ, ਲੇਕਿਨ ਉਹਨਾਂ ਨੂੰ ਵੀ ਤੁਹਾਡੇ ਬਾਦਸ਼ਾਹ ਔਰੰਗਜ਼ੇਬ ਨੇ ਬਿਨਾਂ ਕਿਸੇ ਦੋਸ਼ ਤੋਂ ਕਤਲ ਕਰਵਾ ਦਿੱਤਾ ਹੈ ਜੀ। ਮਾਰੇ ਇੰਦਨ ਕਸ਼ਟ ਵਿਸ਼ੇਸ਼, ਤੇ ਬਹੁਤ ਕਸ਼ਟਦਾਇਕ ਤਰੀਕਿਆਂ ਦੇ ਨਾਲ ਇਹਨਾਂ ਸਾਰਿਆਂ ਦੇ ਕਤਲ ਕੀਤੇ ਗਏ ਹਨ। ਕਿਸੇ ਨੂੰ ਕਿਵੇਂ, ਕਿਸੇ ਨੂੰ ਕਿਵੇਂ, ਵੱਖ-ਵੱਖ ਤਰੀਕਿਆਂ ਦੇ ਨਾਲ। ਸੋ ਇਹ ਬਹੁਤ ਭਾਰੀ ਪਾਪ ਜਿਹੜੇ ਹਨ ਇਸ ਬਾਦਸ਼ਾਹ ਨੇ ਇਸ ਤਖਤ ਤੇ ਬੈਠ ਕਰਕੇ ਕੀਤੇ ਹਨ। ਸ਼੍ਰੀ ਨਾਨਕ ਕੇ ਬਰ ਕੋ ਜਾਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਦਿੱਤੇ ਹੋਏ ਵਰ ਜਿਹਦੇ ਨਾਲ ਇਹਨਾਂ ਦਾ ਇਤਨਾ ਵੱਡਾ ਰਾਜ ਪ੍ਰਤਾਪ ਫਲਿਆ ਹੈ ਜੀ। ਇਸ ਕੋ ਕਰ ਨਾ ਸਕੋ ਕੋ ਹਾਨ, ਕਿਉਂਕਿ ਉਸ ਵਰ ਦਾ ਪ੍ਰਤਾਪ ਕਹਿ ਲਈਏ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਕਹਿ ਲਈਏ, ਵੀ ਹੁਣ ਤੱਕ ਇਹਦਾ ਕੋਈ ਨੁਕਸਾਨ ਨਹੀਂ ਕਰ ਸਕਿਆ, ਕੋਈ ਇਸ ਨੂੰ ਜਿੱਤ ਨਹੀਂ ਸਕਿਆ, ਕੋਈ ਵੱਡਾ ਰਾਜਾ ਇਹ ਔਰੰਗਜ਼ੇਬ ਨੂੰ ਟੱਕਰ ਨਹੀਂ ਦੇ ਸਕਿਆ, ਕਿਉਂਕਿ ਇਹਦੇ ਪਿੱਛੇ ਇੱਕ ਵਰ ਕੰਮ ਕਰਦਾ ਸੀ, ਇੱਕ ਤਾਕਤ ਕੰਮ ਕਰਦੀ ਸੀ, ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਅਸੀਸ ਕੰਮ ਕਰਦੀ ਸੀ। ਸੋ ਹੁਣ ਜੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਅੱਜ ਗੁਰੂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸਨਮੁਖ ਹੋਕਰ ਕੇ ਬੈਠੇ ਹਨ ਵੀ ਹੁਣ ਇਹਦਾ ਰਾਜ ਤੇਜ ਨਾਸ ਕਰਨਾ ਹੈ। ਸੋ ਮਹਾਰਾਜ ਕਹਿਣਗੇ ਇਸ ਬਾਦਸ਼ਾਹ ਦੇ ਪਾਸ ਇਕੱਲੀ ਸੰਸਾਰਿਕ ਫੌਜਾਂ ਦੀ ਜਾਂ ਧਾਨਾ ਤਖਤ ਦੀ ਤਾਕਤ ਨਹੀਂ ਸੀ, ਇਸ ਦੇ ਪਾਸ ਦੇਵੀ ਸ਼ਕਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਿੱਤਾ ਹੋਇਆ ਵਰ ਹੈ ਜੀ। ਹਿੰਦੂ ਤੁਰਕ ਅਰਬਿੰਦ ਮਨਿੰਦ, ਹਿੰਦੂ ਵੀ, ਤੁਰਕ ਵੀ, ਹੋਰ ਪਤਾ ਨਹੀਂ ਕਿਤਨੇ ਧਰਮਾਂ ਦੇ ਮਨੁੱਖ ਦੇ ਰਾਜ ਦੇ ਅੰਦਰ ਵਸਦੇ ਹਨ। ਬਿਰਤਨ ਦੁਖਦ ਜਥਾ ਨਿਸ ਇੰਦ, ਤੇ ਇਹਨਾਂ ਸਾਰਿਆਂ ਦੇ ਉੱਪਰ ਹੀ ਇਸ ਜ਼ੁਲਮੀ ਬਾਦਸ਼ਾਹ ਨੇ ਤਸ਼ੱਦਦ ਕੀਤਾ ਹੈ, ਸਭ ਨੂੰ ਬਰਿੰਦ ਭਾਵ ਕਈ ਤਰ੍ਹਾਂ ਦੇ ਦੁੱਖ ਦਿੱਤੇ ਹਨ। ਦੇ ਸਿਰ ਕੋ ਇਸ ਕਰ ਅਪਰਾਧੀ, ਦੇ ਸਿਰ ਕੋ ਭਾਵ ਇਸ ਨੇ ਨਾ ਇਹ ਸਭ ਜੋ ਕੁਝ ਵੀ ਇਸ ਅਪਰਾਧੀ ਦੁਸ਼ਟ ਬਾਦਸ਼ਾਹ ਨੇ ਬੇਅੰਤਾਂ ਨੂੰ ਇਸ ਤਰੀਕੇ ਨਾਲ ਕਤਲ ਕਰਕੇ ਨਾਸ਼ ਕੀਤਾ ਹੈ। ਹਥੈ ਸਕਲ ਜਗ ਕੀ ਜਿਮ ਬਿਆਦੀ, ਹਥੈ ਸਕਲ ਭਾਵ ਇਸ ਨੂੰ ਜਿੱਥੇ ਕੋ ਲੱਗਦਾ ਸੀ ਆਪਣੇ ਜ਼ੋਰ ਦੇ ਨਾਲ ਇਹ ਉਸ ਦਾ ਕਤਲ ਕਰਵਾ ਦਿੰਦਾ ਹੈ। ਇਸ ਨੇ ਬਹੁਤ ਇਉਂ ਕਹਿ ਲਈਏ ਨਖਿੱਧ ਕਰਮ ਕੀਤੇ ਹਨ। ਸਰਦਾ ਭਾਉ ਸਹਿਜ ਤੋ ਜਾਨਾ, ਸਰਦਾ ਭਾਉ ਭਾਵ ਹੁਣ ਤੁਸੀਂ ਵੇਖ ਰਹੇ ਹੋ ਕਿ ਜੋ ਕੁਝ ਕਰ ਰਿਹਾ। ਅੱਜ ਚਲੋ ਜੇ ਕਿਲੇਦਾਰ ਨੇ ਮਹਾਰਾਜੀਆਂ ਤੋਂ ਪੁੱਛਣ ਦੀ ਜ਼ਰੂਰਤ ਕੀਤੀ ਹੈ ਤੇ ਗੁਰਦੇਵ ਦੱਸ ਰਹੇ ਹਨ, ਬਾਤ ਮਰਮ ਕੀ ਕੀਨ ਬਖਾਨਾ, ਅਸਲ ਵਿੱਚ ਇਹੋ ਰਾਜ਼ ਦੀ ਬਾਤ ਹੈ ਜੋ ਗੁਰੂ ਤੇਗ ਬਹਾਦਰ ਮਹਾਰਾਜ ਆਪ ਜਾਣਦੇ ਹਨ, ਕਿਉਂਕਿ ਉਹਨਾਂ ਦੀ ਬਖਸ਼ਿਸ਼ ਹੈ। ਆਪ ਜੇਲ੍ਹ ਅੰਦਰ ਕਿਲੇ ਦੀ ਕੈਦ ਵਿੱਚ ਆਪ ਪਏ ਹਨ ਤੇ ਇਹੀ ਉਹ ਕਾਰਨ ਹੈ ਵੀ ਇਸ ਬਾਦਸ਼ਾਹ ਦਾ ਹੀ ਨਾਸ਼ ਕਰਨਾ ਹੈ ਜੀ। ਦੇਖਤ ਰਹੋ ਜਥਾ ਅਬ ਹੋਵੇ, ਮਹਾਰਾਜ ਕਹਿਣ ਲੱਗੇ ਵੀ ਅਸੀਂ ਇਹਦੇ ਭੈ ਵਿੱਚ ਆ ਕਰਕੇ ਇੱਥੋਂ ਜਾਣਾ ਨਹੀਂ, ਨਾ ਹੀ ਸਾਨੂੰ ਇਸ ਬਾਦਸ਼ਾਹ ਦਾ ਕੋਈ ਡਰ ਹੈ। ਅਸੀਂ ਤੇ ਆਪਣੀ ਮੌਜ ਵਿੱਚ ਅਕਾਲ ਪੁਰਖ ਦੇ ਹੁਕਮ ਵਿੱਚ ਇੱਥੇ ਆ ਕੇ ਬੈਠੇ ਹਾਂ ਤੇ ਜਿਵੇਂ ਅਸੀਂ ਸੰਸਾਰ ਵਿੱਚ ਆਨੰਦ ਯੁੱਤ ਵਿਚਰਦੇ ਸੀ ਉਸ ਤਰ੍ਹਾਂ ਅਸੀਂ ਇਸ ਕੈਦ ਵਿੱਚ ਵੀ ਆਨੰਦ ਯੁੱਤ ਬੈਠੇ ਹਾਂ। ਲੇਕਿਨ ਇਸ ਤੋਂ ਅੱਗੇ ਜੋ ਕੁਝ ਹੋਣਾ ਹੈ ਉਹ ਕੇਵਲ ਆਪ ਨੇ ਤੱਕਣਾ ਹੈ, ਵੇਖਣਾ ਹੈ। ਆਪ ਆਰਾਮ ਸਹਿਤ ਆਪਣੇ ਇਸ ਕਾਰਜ ਵਿੱਚ ਮਸ਼ਰੂਫ ਉਹ ਸਭ ਦੇਖਦੇ ਰਹੋ ਜੀ। ਰਾਜ ਤੁਰਕ ਕਰ ਤੇ ਸਭ ਖੋਵੈ, ਤੁਹਾਡੇ ਦੇਖਦਿਆਂ ਦੇਖਦਿਆਂ ਹੀ ਇਹ ਜਿਹੜੇ ਬਾਦਸ਼ਾਹ ਹਨ, ਇਹ ਜਿਹੜੇ ਹੁਕਮਰਾਨ ਹਨ, ਇਹ ਆਪਣਾ ਜਿਹੜਾ ਰਾਜ ਹੈ ਇਹ ਸਭ ਗਵਾ ਲੈਣਗੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਸਦਕਾ ਰਾਜ ਮਿਲਿਆ ਹੈ ਤੇ ਅਸੀਂ ਇਹਨਾਂ ਦਾ ਇਹ ਜਿਹੜਾ ਰਾਜ ਹੈ ਹੁਣ ਵਾਪਸ ਲੈ ਲੈਣਾ ਹੈ। ਸੁਣ ਕੇ ਜਮਾਦਾਰ ਗੁਰਬਾਣੀ, ਫਿਰ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇਹ ਰਾਜ ਦੀ ਬਾਤ ਦੱਸੀ ਹੈ, ਫਿਰ ਜਿਹੜਾ ਸੁਣਨ ਵਾਲਾ ਇਸਲਾਮੀ ਮਨੁੱਖ ਹੈ, ਇਸ ਕਿਲੇ ਦੇ ਅੰਦਰ ਰਹਿਣ ਵਾਲਾ, ਉਸਨੇ ਸੁਣੀ ਹੈ ਜੀ। ਜਾਣਿਓ ਭੇਤ ਬੰਦਨਾ ਠਾਨੀ, ਉਹ ਭੇਤ ਸਮਝ ਗਿਆ, ਉਹ ਬਾਤ ਜਾਣ ਗਿਆ ਵੀ ਆਹ ਕਾਰਨ ਹੈ ਜਿਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਿਛਲੇ ਕੁਝ ਸਮੇਂ ਤੋਂ ਔਰੰਗਜ਼ੇਬ ਦੀ ਕੈਦ ਅੰਦਰ ਬੈਠੇ ਹਨ।
ਸੋ ਜਿਵੇਂ ਹੀ ਉਹ ਜਾਣਦਾ ਹੈ, ਫਿਰ ਉਸਨੇ ਦੋਨੋਂ ਹੱਥ ਜੋੜ ਕੇ ਮਹਾਰਾਜ ਜੀ ਕੇ ਚਰਨਾਂ ਵਿੱਚ ਸੀਸ ਨਿਵਾਇਆ, ਬੰਦਨ ਕੀਤਾ ਹੈ। ਸਤਿਗੁਰ ਤੁਮ ਸਭ ਬਿਦ ਸਮਰੱਥ, ਤੇ ਨਾਲ ਹੀ ਹੱਥ ਜੋੜ ਕੇ ਕਹਿਣ ਲੱਗਾ, ਗਰੀਬ ਨਿਵਾਸ ਸਤਿਗੁਰੂ ਆਪ ਹਰ ਤਰ੍ਹਾਂ ਸਮਰੱਥ ਹੋ, ਭਾਵ ਜੋ ਚਾਹੋ ਉਹ ਕਰ ਸਕਦੇ ਹੋ ਜੀ। ਛੁਟਨ ਛੁਟਾਵਨ ਜਗ ਕੋ ਹੱਥ, ਕਿਲੇ ਦੀ ਕੈਦ ਅੰਦਰ ਆਪ ਜੀਆਂ ਨੂੰ ਬਾਦਸ਼ਾਹ ਕੀ ਪਾ ਸਕਦਾ? ਬਾਦਸ਼ਾਹ ਕੀ ਆਪ ਜੀਆਂ ਨੂੰ ਜੇਲ੍ਹ ਵਿੱਚ ਰੱਖੇਗਾ? ਕਿਉਂਕਿ ਆਪ ਤੇ ਆਪਣੀ ਮੌਜ ਵਿੱਚ ਆਓ ਤੇ ਸਾਡੇ ਵਰਗੇ ਜੀਵਾਂ ਨੂੰ ਜਮਾਂ ਤੋਂ ਛੁਡਾ ਲੈਂਦੇ ਹੋ। ਆਪ ਇਤਨੇ ਸਮਰੱਥ ਹੋ, ਜੇ ਆਪ ਕਿਰਪਾ ਕਰੋ ਤੇ ਸਾਡੇ ਵਰਗੇ ਤੁਹਾਡੀ ਨਜ਼ਰ ਨਾਲ ਜਮਾਂ ਤੋਂ ਛੁੱਟ ਜਾਂਦੇ ਨੇ। ਇਸ ਕਰਕੇ ਇਸ ਕਿਲੇ 'ਚੋਂ ਛੁੱਟਣਾ ਤੁਹਾਡੇ ਲਈ ਸੱਚਮੁੱਚ ਕੁਝ ਔਖਾ ਨਹੀਂ ਹੈ, ਪਰ ਆਪ ਆਪਣੀ ਮੌਜ ਵਿੱਚ ਇਸ ਕੈਦ ਅੰਦਰ ਹੋ ਜੀ। ਕਇਆ ਕਹਿ ਸਕੈ ਸਕਤ ਤੇ ਹੀਨੇ, ਅਸੀਂ ਸ਼ਕਤ ਤੋਂ ਹੀਣੇ ਮਨੁੱਖ, ਭਾਵ ਸਾਡੇ ਵਰਗੇ ਜਿਹੜੇ ਮਨੁੱਖ ਨੇ, ਹੁਣ ਆਪਣੇ ਪਾਸ ਕੋਈ ਸ਼ਕਤੀ ਤੇ ਨਹੀਂ ਨਾ, ਤੇ ਜੇ ਸਾਡੇ ਕੋਲ ਕੋਈ ਸ਼ਕਤੀ ਨਹੀਂ ਤੇ ਅਸੀਂ ਸ਼ਕਤ ਵਾਲੇ ਮਨੁੱਖ ਨੂੰ ਕੀ ਕਹਿ ਸਕਦੇ ਹਾਂ? ਜਿਹਦੇ ਪੱਲੇ ਬਹੁਤ ਵੱਡੀ ਤਾਕਤ ਹੈ, ਅਸੀਂ ਜੀਵ ਉਸ ਨੂੰ ਕੀ ਕਹਿ ਸਕਦੇ ਹਾਂ? ਅਸੀਂ ਤੇ ਕੇਵਲ ਬੇਨਤੀ ਕਰ ਸਕਦੇ ਹਾਂ, ਕਿਉਂਕਿ ਸਾਡੇ ਪਾਸ ਕੋਈ ਤਾਕਤ ਨਹੀਂ ਹੈ। ਜਿਹਦੇ ਪਾਸ ਤਾਕਤ ਹੈ ਉਹੀ ਜਾਣਦਾ ਹੈ ਵੀ ਮੈਂ ਕਿੱਥੇ ਕਿਸ ਵਕਤ ਕਿਵੇਂ ਇਸ ਤਾਕਤ ਨੂੰ ਵਰਤਣਾ ਹੈ। ਇਸ ਲਈ ਇਹ ਜਿਹੜਾ ਜ਼ਮਾਦਾਰ ਫੌਜੀ ਹੈ, ਕਿਲੇਦਾਰ ਸਿਪਾਹੀ ਹੈ, ਉਹ ਮਹਾਰਾਜ ਜੀ ਕੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ। ਭੂਤ ਭਵਿਖਿਅਤ ਲਖੋ ਪਰ ਬੀਨੇ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਪ੍ਰਣਾਮ ਕਰਦਾ ਹੋਇਆ ਕਹਿੰਦਾ, ਮਹਾਰਾਜ ਆਪ ਤੇ ਭੂਤ ਭਵਿਖਿਅਤ ਲਖੋ ਪ੍ਰਬੀਨੇ, ਭੂਤ ਬੀਤਿਆ ਹੋਇਆ ਸਮਾਂ, ਭਵਿਖਿਅਤ ਆਉਣ ਵਾਲਾ ਸਮਾਂ, ਆਪਣੀ ਅੰਤਰਾਤਮੇ ਦੀ ਦ੍ਰਿਸ਼ਟੀ ਦੇ ਨਾਲ ਉਹ ਸਭ ਕੁਝ ਵੇਖ ਸਕਦੇ ਹੋ, ਕਿਉਂਕਿ ਆਪ ਸਮਰੱਥ ਹੋ। ਕਹਿਤ ਸੁਨਤ ਹੋਏ ਜਬ ਪ੍ਰਾਤੀ, ਕਹਿਤ ਸੁਨਤ ਭਾਵ ਇਸ ਵਿਦ ਵਿਚਾਰਾਂ ਚੱਲਦੀਆਂ ਰਹੀਆਂ। ਫਿਰ ਉਸ ਤੋਂ ਬਾਅਦ ਵੀ ਕੁਝ ਬਚਨ ਇਸਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੇ ਸੰਗ ਕੀਤੇ ਹਨ, ਕਿਉਂਕਿ ਮਹਾਰਾਜ ਜੀ ਕੇ ਪਲ ਪਾਸ ਰਹਿ ਕਰਕੇ, ਮਹਾਰਾਜ ਜੀ ਕੇ ਬੋਲਣ ਦੇ ਜਾਂ ਵਿਚਰਨ ਦੇ ਢੰਗ ਨੂੰ ਵੇਖ ਕਰਕੇ, ਮਹਾਰਾਜ ਜੀ ਦਾ ਨਿਰਭੈ ਵਿਚਰਨਾ ਵੇਖ ਕਰਕੇ ਬਹੁਤ ਪ੍ਰਭਾਵਿਤ ਹੋ ਗਿਆ ਸੀ। ਸੋ ਫਿਰ ਕੁਝ ਹੋਰ ਵੀ ਬਚਨ ਮਹਾਰਾਜ ਜੀ ਕੇ ਸੰਗ ਕੁਝ ਸਮੇਂ ਅਗਲੇ ਸਮੇਂ ਵਿੱਚ ਕਰਦਾ ਰਿਹਾ ਹੈ ਜੀ। ਮਿੱਟੀ ਸਕਲ ਕੀ ਤਰਕਤ ਛਾਤੀ, ਲੇਕਿਨ ਇਹ ਜਿਵੇਂ ਮਹਾਰਾਜ ਜੀ ਕੇ ਸਾਥ ਬਚਨ ਕਰਨ ਲੱਗਾ ਨਾ, ਫਿਰ ਜਿਹੜੇ ਤਰਕ ਭਾਵ ਜਿਹੜੇ ਸੰਸ਼ੇ ਦੇ ਹਿਰਦੇ ਵਿੱਚ ਫਸੇ ਹੋਏ ਸਨ, ਜਿਵੇਂ ਇਹ ਸੋਚਦਾ ਸੀ ਵੀ ਜੇ ਸੱਚਮੁੱਚ ਕਰਾਮਾਤੀ ਹਨ ਤੇ ਫਿਰ ਜੇਲ੍ਹ ਵਿੱਚ ਕਿਉਂ ਆਏ ਹਨ? ਕਰਾਮਾਤ ਵਿਖਾਉਣ ਤੇ ਆਜ਼ਾਦ ਹੋ ਜਾਣ, ਬਾਦਸ਼ਾਹ ਛੱਡ ਦੇਵੇਗਾ, ਜਾਂ ਕਰਾਮਾਤ ਵਿਖਾਉਣ ਉਸ ਨੂੰ ਭੈ ਪੀਤ ਕਰ ਦੇਣ, ਡਰ ਜਾਵੇਗਾ, ਫਿਰ ਰਿਹਾ ਕਰ ਦੇਵੇਗਾ। ਭਾਵ ਇਤਨੇ ਵੱਡੇ ਕਰਾਮਾਤੀ ਮਨੁੱਖ ਦਾ ਇਦਾਂ ਸਹਿਜ ਵਿੱਚ ਜੇਲ੍ਹ ਵਿੱਚ ਆ ਕੇ ਬਹਿ ਜਾਣਾ ਤੇ ਬਾਦਸ਼ਾਹ ਦਾ ਕਸ਼ਟ ਸਹਿਣਾ, ਇਹ ਗੱਲ ਇਸ ਨੂੰ ਹਜ਼ਮ ਨਹੀਂ ਹੁੰਦੀ ਸੀ। ਸੋ ਅੱਜ ਜਿਸ ਵਕਤ ਅਸਲ ਮਨੋਰਥ ਪਤਾ ਲੱਗਾ ਵੀ ਮਹਾਰਾਜ ਕਿਉਂ ਇਸ ਕੈਦ ਵਿੱਚ ਹਨ, ਹੁਣ ਇਹਦੇ ਜਿਹੜੇ ਅੰਦਰ ਸੰਸ਼ੇ ਸਨ ਨਾ, ਮਹਾਰਾਜ ਨੇ ਕਿਰਪਾ ਕਰਕੇ ਸਭ ਨਿਵਰਤ ਕਰ ਦਿੱਤੇ। ਇਹ ਵੀ ਸ਼ਾਂਤ ਹੋ ਕਰਕੇ ਉੱਥੇ ਆਪਣੇ ਕਾਰਜਾਂ ਦੇ ਵਿੱਚ ਟਿਕ ਗਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਕਹਿਓ, ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਸ ਨੂੰ ਵਚਨ ਕਹੇ ਹਨ। ਹਮਰੋ ਸਿੱਖ ਇੱਕ ਬਾਹਰ ਰਹਿਓ, ਮਹਾਰਾਜ ਨੇ ਕਿਹਾ ਵੀ ਇੱਥੇ ਇੱਕ ਨਾ ਸਾਡਾ ਸਿੱਖ ਆਇਆ ਹੋਇਆ ਹੈ, ਕਿਉਂਕਿ ਇਹ ਸਿੱਖ ਹੈ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਹੁਕਮੋਂ ਸਹਿਤ ਮਹਾਰਾਜ ਕੇ ਸੰਗ ਗਿਆ ਸੀ। ਦਿੱਲੀ ਦੀ ਧਰਤੀ ਦਾ ਹਾਲ ਜੋ ਹੈ ਉਸ ਨੂੰ ਮਾਲੂਮ ਕਰਨ ਦੇ ਲਈ ਆ ਕੇ ਮਾਤਾ ਜੀਆਂ ਨੂੰ ਮਹਾਰਾਜ ਜੀ ਕੋ ਦੱਸਣਾ। ਸੋ ਮਹਾਰਾਜ ਨੂੰ ਜਿਵੇਂ ਅੰਤਰਾਤਮੇ ਤੋਂ ਇਸ ਗੱਲ ਦੀ ਸੋਝੀ ਹੋਈ, ਮਹਾਰਾਜ ਕਹਿਣ ਲੱਗੇ ਕਿ ਭਾਈ ਜੇ ਤੂੰ ਕੋਈ ਸੇਵਾ ਕਰ ਸਕਦਾ ਨਾ ਤੇ ਇੰਨੀ ਕੁ ਸੇਵਾ ਹੈ ਤੇਰੇ ਜ਼ਿੰਮੇ, ਕਿ ਇੱਥੇ ਦਿੱਲੀ ਦੇ ਵਿੱਚ ਇੱਕ ਸਾਡਾ ਨਿੱਜੀ ਸਿੱਖ ਜੋ ਕਿ ਇੱਥੇ ਵਿਚਰ ਰਿਹਾ ਹੈ ਇਸ ਕਿਲੇ ਤੋਂ, ਇਸ ਕੈਦ ਤੋਂ ਬਾਹਰ, ਜੇ ਹੋ ਸਕੇ ਸੰਭਵ ਤੇ ਤੁਸੀਂ ਉਹਨੂੰ ਸਾਨੂੰ ਮਿਲਾ ਦਿਓ ਜੀ। ਤੇਹ ਬੁਲਾਏ ਅਬ ਆਨੋ ਪਾਸਾ, ਬਸ ਤੇਰੀ ਇਹੀ ਸੇਵਾ ਪ੍ਰਵਾਨ ਹੋਵੇਗੀ ਕਿ ਇਸ ਕੈਦ ਦੇ ਅੰਦਰ ਉਸ ਨੂੰ ਬੁਲਾ ਕੇ ਇੱਥੇ ਸਾਡੇ ਪਾਸ ਭੇਜ ਦੇਵੋ। ਹਮ ਦਿਸ ਰਖ ਨਿਚਿੰਤ ਪਰਵਾਸਾ, ਤੇ ਨਾਲ ਇਸ ਕਾਰਜ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ। ਬਾਦਸ਼ਾਹ ਤੇਰਾ ਕੁਝ ਵੀ ਨਹੀਂ ਵਿਗਾੜ ਸਕਦਾ। ਸਾਡੇ ਵੱਲੋਂ ਤੂੰ ਪੂਰਨ ਤੌਰ ਤੇ ਸੁਰੱਖਿਅਤ ਹੈ। ਤੂੰ ਸਾਡੇ ਤੇ ਭਰੋਸਾ ਰੱਖ ਕੇ ਤੇ ਨਿਸ਼ਚਿੰਤ ਹੋ ਕਰਕੇ ਉਸ ਸਿੱਖ ਨਾਲ ਸਾਡਾ ਮਿਲਾਪ ਕਰਵਾ ਸਕਦਾ ਹੈ ਜੀ। ਸੁਨ ਕਰ ਜਮਾਦਾਰ ਤਰ ਪਾਊ, ਫਿਰ ਜਿਸ ਵਕਤ ਇਸਨੇ ਬਾਤ ਸੁਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ, ਮਹਾਰਾਜ ਕੇ ਮੁਖ ਤੋਂ ਇਹ ਬਾਤ ਵਚਨ ਸੁਣ ਕਰਕੇ ਬੜੇ ਹੀ ਪ੍ਰੇਮ ਭਾਵਨਾ ਸਹਿਤ ਜਾਣਿਓ ਹਿਰਦੈ ਵਿਸਾਲ ਪ੍ਰਭਾਊ,
ਤੇ ਜਾਣ ਤੇ ਪਹਿਲਾਂ ਹੀ ਗਿਆ ਹੈ ਵੀ ਇਹ ਬਹੁਤ ਵੱਡੀ ਅਜ਼ਮਤ ਦੇ ਮਾਲਕ ਹਨ, ਬੜੀ ਵੱਡੀ ਬਖਸ਼ਿਸ਼ ਹੈ ਇਹਨਾਂ ਦੇ ਹਿਰਦੇ ਅੰਦਰ। ਸੋ ਜਿਵੇਂ ਹੁਣ ਗੁਰਦੇਵ ਕਹਿ ਰਹੇ ਨੇ ਉਹ ਸਭ ਕਰਨ ਦੇ ਲਈ ਇਹ ਰਾਜ਼ੀ ਹੋਇਆ ਹੈ। ਆਪ ਜਾਏ ਕਾਰ ਗ੍ਰਹਿ ਬਾਹਰ, ਫਿਰ ਆਪ ਉਸ ਜੇਲ੍ਹ ਤੋਂ, ਉਸ ਕਾਰਗ੍ਰਹਿ ਤੋਂ, ਜਿਸ ਥਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਲੋਹੇ ਦੇ ਪਿੰਜਰੇ ਵਿੱਚ ਬਾਦਸ਼ਾਹ ਨੇ ਕੈਦ ਪਾਇਆ ਹੋਇਆ, ਉਸ ਥਾਂ ਤੋਂ ਬਾਹਰ ਆ ਕਰਕੇ ਖੋਜਿਓ ਸਿੱਖ ਜਿਮ ਰਹਿ ਅਜਾਹਰ। ਇਸ ਨੇ ਖੋਜਿਆ ਭਾਵ ਪਤਾ ਕੀਤਾ, ਕਿਉਂਕਿ ਇਹ ਸਿੱਖ ਤੇ ਉਸ ਵਕਤ ਤੋਂ ਹੀ ਮਹਾਰਾਜ ਜੀ ਕੇ ਸੰਗ ਵਿਚਰ ਰਹੇ ਨੇ ਜਿਸ ਵਕਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਬਾਦਸ਼ਾਹ ਦੀ ਕੈਦ ਪਏ ਹਨ। ਸੋ ਇਸ ਨੇ ਪਤਾ ਕੀਤਾ, ਪਤਾ ਲੱਗਿਆ ਵੀ ਇਹ ਸਿੱਖ ਇਸ ਸਥਾਨ ਤੇ ਹੈ। ਖੋਜ ਕਰਕੇ ਫਿਰ ਉਸ ਨੂੰ ਨਾਲ ਲੈ ਕਰਕੇ ਮਹਾਰਾਜ ਜੀ ਕੇ ਸਨਮੁਖ ਹਾਜ਼ਰ ਹੁੰਦਾ ਹੈ। ਸੰਗ ਆਪਨੇ ਲੈ ਕਰ ਗਇਓ, ਤੇ ਫਿਰ ਆਪ ਆਪਣੇ ਨਾਲ ਹੀ ਉਸ ਥਾਂ ਤੇ ਲੈ ਕਰਕੇ ਪਹੁੰਚਦਾ ਹੈ ਜਿਸ ਥਾਂ ਤੇ ਗਰੀਬ ਨਿਵਾਸ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਬਾਦਸ਼ਾਹ ਨੇ ਲੋਹੇ ਦੇ ਪਿੰਜਰੇ ਦੀ ਕੈਦ ਪਾਇਆ ਹੈ। ਗੁਰ ਕੇ ਨਿਕਟ ਪੁਚਾਵਤ ਪਇਓ, ਇਸ ਨੇ ਆਪਣੇ ਵੱਲੋਂ ਸੇਵਾ ਕਰ ਦਿੱਤੀ। ਜਦੋਂ ਮਹਾਰਾਜ ਜੀ ਕੀ ਬਖਸ਼ਿਸ਼ ਤੱਕੀ ਤੇ ਹੁਕਮ ਵੇਖਿਆ, ਫਿਰ ਇਸ ਨੇ ਆਪਣੇ ਵੱਲੋਂ ਜਿਵੇਂ ਕਿਵੇਂ ਹੁਕਮ ਨੂੰ ਵਜਾਉਂਦਿਆਂ ਮਹਾਰਾਜ ਜੀ ਕੀ ਸੇਵਾ ਕਰ ਦਿੱਤੀ। ਉਹ ਸਿੱਖ ਨੂੰ ਮਹਾਰਾਜ ਕੇ ਪਾਸ ਲੈ ਜਾਂਦਾ ਹੈ ਜੀ। ਸਾਵਧਾਨਤਾ ਪ੍ਰਥਮ ਜੋ ਕਰਹੀ, ਸਾਵਧਾਨਤਾ ਪਹਿਲਾਂ ਜਿਵੇਂ ਇਹ ਬੜਾ ਸਾਵਧਾਨ ਹੋ ਕਰਕੇ ਮਹਾਰਾਜ ਜੀ ਕੇ ਉੱਪਰ ਪਹਿਰਾ ਦਿੰਦਾ ਸੀ, ਕਿਉਂਕਿ ਬਾਦਸ਼ਾਹ ਵੱਲੋਂ ਹੁਕਮ ਲਾਇਆ ਵੀ ਜੇ ਕੋਈ ਉਕਾਈ ਹੋਈ ਤੇ ਤੈਨੂੰ ਕਤਲ ਕਰ ਦਿੱਤਾ ਜਾਏਗਾ। ਸੋ ਜਿਵੇਂ ਪਹਿਲਾਂ ਇਹ ਬੜੇ ਸਾਵਧਾਨ ਹੋ ਕਰਕੇ ਮਹਾਰਾਜ ਜੀ ਕੇ ਉੱਪਰ ਪਹਿਰਾ ਦਿੰਦਾ ਸੀ, ਅੱਜ ਪਹਿਰਾ ਤਾਂ ਦੇ ਰਿਹਾ ਹੈ ਲੇਕਿਨ ਕੁਝ ਹੋਰ ਤਰੀਕੇ ਦੇ ਨਾਲ। ਉਹ ਬਾਦਸ਼ਾਹ ਵੱਲੋਂ ਸਾਵਧਾਨ ਨਹੀਂ, ਮਹਾਰਾਜ ਜੀ ਕੇ ਹੁਕਮਾਂ ਨੂੰ ਵਜਾ ਰਿਹਾ ਹੈ ਜੀ। ਹਟਿਓ ਤਬੈ ਪਰਵਾਸਾ ਤਰਹੀ, ਮਹਾਰਾਜ ਜੀ ਤੇ ਭਰੋਸਾ ਕਰਕੇ ਤੇ ਉਸ ਸਥਾਨ ਤੇ ਸਿੱਖ ਨੂੰ ਮਹਾਰਾਜ ਜੀਆਂ ਨਾਲ ਮਿਲਾ ਕਰਕੇ ਤੇ ਆਪ ਵਾਪਸ ਆਪਣੇ ਟਿਕਾਣੇ ਤੇ ਆ ਗਿਆ ਹੈ। ਮਹਾ ਸ਼ਕਤ ਜੁਤ ਆਪੈ ਆਏ, ਮਹਾ ਸ਼ਕਤ ਮਹਾਸ਼ਕਤੀ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹ ਆਪਣੀ ਮੌਜ ਵਿੱਚ ਆਏ ਹਨ। ਕੈਦ ਭਰਨ ਬੜ ਹੇਤ ਬਤਾਏ, ਤੇ ਆਪ ਹੀ ਮੌਜ ਵਿੱਚ ਆ ਕਰਕੇ ਪਹਿਲੇ ਕੈਦ ਪੈਣ ਦਾ ਕਾਰਨ ਇਸ ਨੂੰ ਦੱਸਿਆ ਹੈ। ਤੇ ਹੁਣ ਜਿਹੜਾ ਸਿੱਖ ਆਇਆ ਹੈ ਉਸ ਦੇ ਨਾਲ ਕੁਝ ਵਿਚਾਰ ਕਰਦੇ ਹਨ। ਕਿਆ ਕਰ ਸਕੈ ਤਿਨੂ ਰਖਵਾਰੀ, ਕਿਆ ਕਰ ਸਕੈ ਭਾਵ ਜਦੋਂ ਮਨੋਰਥ ਪਤਾ ਲੱਗ ਗਿਆ ਨਾ ਇਸ ਨੂੰ ਵੀ ਤੇ ਆਪ ਕੈਦ ਵਿੱਚ ਆਪਣੀ ਮੌਜ ਵਿੱਚ ਆਏ ਹਨ, ਤੇ ਹੁਣ ਇਹ ਸਮਝਦਾ ਵੀ ਅਸੀਂ ਇਹਦੀ ਕੀ ਰਖਵਾਲੀ ਕਰਾਂਗੇ। ਮਹਾਰਾਜ ਕੀ ਰਖਵਾਲੀ ਸਾਡੇ ਤੋਂ ਕਿੱਥੇ ਸੰਭਵ ਹੈ ਗੁਰਮੁਖੋ, ਕਿਉਂਕਿ ਉਹ ਤੇ ਆਪਣੀ ਮੌਜ ਵਿੱਚ ਸਾਰੀ ਖੇਡ ਵਰਤਾ ਰਹੇ ਨੇ। ਤੇ ਕੁਦਰਤੀ ਜੇ ਤੇ ਪਤਾ ਹੈ ਵੀ ਕਿਸੇ ਮੁਜਰਮ ਨੇ ਇਸ ਸਥਾਨ ਨੂੰ ਭੰਨ ਕੇ ਜਾਂ ਇਸ ਸਥਾਨ ਤੇ ਕੋਈ ਜੁਗਤ ਲਾ ਕੇ ਛੁੱਟ ਕੇ ਚਲੇ ਜਾਣਾ, ਫਿਰ ਤੇ ਰਖਵਾਲੀ ਦੀ ਲੋੜ ਹੈ। ਤੇ ਜੇ ਇਹ ਹੀ ਪਤਾ ਲੱਗ ਜਾਵੇ ਵੀ ਇਹ ਜਿਹੜਾ ਕਿਲੇ ਦੇ ਅੰਦਰ ਕੈਦ ਵਿੱਚ ਪਾਇਆ ਹੋਇਆ ਹੈ ਤੇ ਆਪਣੀ ਮੌਜ ਵਿੱਚ ਬੈਠਾ ਹੈ, ਵਰਨਾ ਇੱਥੋਂ ਛੁੱਟਣਾ ਇਹਦੇ ਲਈ ਕੋਈ ਔਖਾ ਨਹੀਂ ਹੈ, ਫਿਰ ਉੱਥੇ ਰਖਵਾਲੀ ਕਰਨ ਵਾਲੇ ਵੀ ਕੀ ਕਰਨਗੇ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹ ਤੇ ਖੇਡ ਹੀ ਕੁਝ ਹੋਰ ਹੈ। ਸੋ ਇਹ ਸਮਝ ਆ ਗਈ, ਫਿਰ ਇਸ ਨੇ ਨਾ ਇੱਥੇ ਆਪਣੀ ਸਾਵਧਾਨਤਾ ਤਿਆਗ ਦਿੱਤੀ। ਜੋ ਹੋਏਗਾ ਮਹਾਰਾਜ ਕੀ ਮੌਜ ਵਿੱਚ ਹੋਏਗਾ, ਇਹ ਉਤੋਂ ਵਾਪਸ ਹਟ ਕੇ ਕਿਆ ਕਰ ਸਕਾ ਤੈਨੂੰ ਰਖਵਾਰੀ ਵੀ ਹੁਣ ਅਸੀਂ ਇਹਨਾਂ ਦੀ ਰਖਵਾਲੀ ਕੀ ਕਰਾਂਗੇ ਤੇ ਮੌਜ ਅੰਦਰ ਹਾਨਾ। ਚਹਿ ਸੋ ਕਰੈ ਨਾ ਲੱਗੈ ਅਵਾਰੀ, ਚਹਿ ਸੋ ਕਰੈ ਅਜ਼ਮਤ ਹੈ ਨਾ ਪਾਸ, ਅੰਦਰ ਦੀ ਕਿਰਪਾ ਹੈ, ਅੰਦਰ ਦੀਆਂ ਸ਼ਕਤੀਆਂ, ਅੰਦਰ ਦੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਦੇ ਮਾਲਕ ਹਨ। ਚਹਿ ਸੋ ਕਰੈ ਜੋ ਵੀ ਚਾਹੁਣ ਉਹ ਕਰਨ ਵਿੱਚ ਸਮਰੱਥ ਹਨ। ਲੱਗੈ ਨਾ ਬਾਰੀ, ਕੀ ਦੇਰ ਲੱਗੇਗੀ ਜੀ। ਤੇ ਸੱਚੇ ਹੈ ਗੁਰਮੁਖੋ, ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਮੌਜ ਵਿੱਚ ਕਿਤੇ ਆ ਜਾਣ ਤੇ ਮਹਾਰਾਜ ਸਭ ਕੁਝ ਕਰਨ ਵਿੱਚ ਸਮਰੱਥ ਹਨ। ਮਹਾਰਾਜ ਤੇ ਸਿੱਖ ਆਪ ਮਹਾਰਾਜ ਜੀਆਂ ਤੋਂ ਇਜਾਜ਼ਤ ਲੈਂਦੇ ਰਹੇ ਵੀ ਗਰੀਬ ਨਿਵਾਜ ਆਪ ਕਿਰਪਾ ਕਰ ਦਿਓ, ਇੱਕ ਵਾਰ ਹੁਕਮ ਦੇ ਦਿਓ ਬਾਦਸ਼ਾਹ ਨਾਲ ਤੇ ਅਸੀਂ ਆਪ ਹੀ ਸੁਲਟ ਲਵਾਂਗੇ। ਪਰੰਤੂ ਮੌਜ ਹੈ, ਸ਼ਾਂਤਮਈ ਸੁਭਾਅ ਦੇ ਵਿੱਚ ਬੈਠ ਕਰਕੇ ਮਹਾਰਾਜ ਨੇ ਇਹਦਾ ਟਾਕਰਾ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਹੀ ਹਨ। ਹਮ ਦੁਰਮਤ ਕਰ ਕਿਉਂ ਦੁਖ ਪਾਵੈ, ਅਸੀਂ ਆਪ ਹੀ ਐਸੇ ਹਾਂ। ਇਹ ਸੋਚ ਰਿਹਾ ਵੀ ਅਸੀਂ ਆਪ ਹੀ ਮਾੜੀ ਮੱਤ ਦੇ ਧਾਰਨੀ ਆ, ਇਹਨਾਂ ਦੇ ਪ੍ਰਤੀ ਗਲਤ ਵਿਚਾਰਾਂ, ਗਲਤ ਤਰੀਕੇ ਦੇ ਨਾਲ ਮਹਾਰਾਜ ਜੀਓ ਕੇ ਸਾਥ ਪੇਸ਼ ਆ ਕਰਕੇ ਤੇ ਆਪ ਹੀ ਦੁੱਖ ਪਾਉਣੇ ਆ। ਤੇ ਸੱਚਮੁੱਚ ਇਹਦੇ ਚ ਕੋਈ ਦੋਰਾਵਾ ਨਹੀਂ। ਗੁਰੂ ਤੇ ਸਦ ਸਦ ਬਖਸ਼ੰਦ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ। ਸੋ ਮਹਾਰਾਜ ਤੇ ਬੜੇ ਕਿਰਪਾਲੂ ਹਨ, ਦਿਆਲੂ ਹਨ। ਅਸਲ ਵਿੱਚ ਸਾਡੀ ਦੁਰਮਤ ਹੀ ਸਾਡੇ ਪਾਪ ਜਾਂ ਸਾਡੇ ਅੰਦਰ ਜੋ ਕੁਝ ਵਰਤਦਾ ਹੈ ਇਹ ਭੈ ਦਾ ਕਾਰਨ ਸਾਡੀ ਆਪਣੀ ਮੱਤ ਮਾੜੀ ਹੈ।
ਸੋ ਇਸ ਵੇਦੀ ਇਸ ਨੇ ਵੀ ਸਮਝ ਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਈ ਖੋਟ ਨਹੀਂ ਹੈ, ਖੋੜ ਤੇ ਸਭ ਸਾਡੇ ਬਾਦਸ਼ਾਹ ਜੀ ਹੈ, ਸਾਡੇ ਵਰਗੇ ਅਲਕਾਰਾਂ ਦੀ ਹੈ ਜੋ ਇਸ ਢੰਗ ਦੇ ਨਾਲ ਵਿਚਰਦੇ ਹਨ। ਜਿਨਹੂ ਅਵਗਿਆਕ ਦੋਜਕ ਜਾਵੈ, ਜਿਹੜੇ ਐਸੇ ਪੂਰਨ ਪੁਰਖਾਂ ਦੀ ਅਵਗਿਆ ਕਰਕੇ, ਐਸੇ ਵੱਡੇ ਗੁਰੂਆਂ ਦੀ ਅਵਗਿਆ ਕਰਕੇ ਤੇ ਬਾਅਦ ਵਿੱਚ ਦੁੱਖ ਭੋਗਦੇ ਹਾਂ। ਦੋਜ਼ਖ ਜਾਵੈ ਭਾਵ ਬਾਅਦ ਵਿੱਚ ਦੁੱਖਾਂ ਦਾ ਕਾਰਨ ਬਣਦਾ ਹੈ ਤੇ ਫਿਰ ਦੋਜ਼ਖ ਦੀ ਅੱਗ ਵਿੱਚ ਸੜਦੇ ਹਾਂ। ਕਿਉਂ? ਕਿਉਂਕਿ ਪਹਿਲੇ ਅਸੀਂ ਗੁਰੂਆਂ ਦੀ ਗੱਲ ਨਹੀਂ ਮੰਨਦੇ, ਪੀਰਾਂ ਦੀਆਂ ਪੈਗੰਬਰਾਂ ਦੀਆਂ ਬਾਤਾਂ ਨਹੀਂ ਸਮਝਦੇ, ਉਸ ਗਿਆਨ ਨੂੰ ਪ੍ਰਾਪਤ ਨਹੀਂ ਹੁੰਦੇ ਤੇ ਬਾਅਦ ਵਿੱਚ ਜਦੋਂ ਜੰਮ ਦਾ ਡੰਡਾ ਪੈਂਦਾ ਹੈ, ਦੁੱਖ ਵੱਜਦੇ ਹਨ, ਫਿਰ ਸਾਡਾ ਰੋਣਾ ਨਿਕਲਦਾ ਹੈ। ਇਸ ਲਈ ਪੂਰਨ ਪੁਰਖ ਤੇ ਸਦੀਵ ਦਿਆਲੂ ਹਨ, ਉਹ ਤੇ ਸੱਚਾ ਗਿਆਨ ਬਖਸ਼ਦੇ ਹਨ। ਸਾਡੀ ਦੁਰਮਤ ਹੀ ਉਹਨਾਂ ਤੋਂ ਬੇਮੁਖ ਹੋ ਕਰਕੇ ਤੇ ਸਾਡੇ ਲਈ ਦੁੱਖ ਖੜੇ ਕਰਦੀ ਹੈ ਜੀ। ਦੋਹਰਾ ਲੋਹ ਪਿੰਜਰੇ ਮੈਂ ਗੁਰੂ, ਨਮੋ ਕਰੋ ਸਿੱਖ ਦੇਖ, ਮੁਚਿਓ ਬਿਲੋਚਨ ਜਲ ਤਬੈ, ਸੰਕਟ ਹਿਰਦੈ ਵਿਸੇਖ। ਹੁਣ ਮਹਾਰਾਜ ਜੀ ਕੇ ਹੁਕਮਾਂ ਸਹਿਤ ਜਿਹੜਾ ਸਿੱਖ ਮਹਾਰਾਜ ਨੂੰ ਮਿਲਣ ਆਇਆ ਹੈ ਨਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਅੱਗੇ ਥੋੜਾ ਜਿਹਾ ਉਹਨਾਂ ਦਾ ਹਵਾਲਾ ਲਿਖਿਆ। ਪ੍ਰਥਮ ਦੋਹਰਾ ਮੰਗਲ ਕਰਦੇ ਹਨ। ਲੋਹ ਪਿੰਜਰੇ ਮੈਂ ਗੁਰੂ, ਨਮੋ ਕਰੀ ਸਿੱਖ ਦੇਖ। ਮਹਾਰਾਜ ਸੱਚੇ ਪਾਤਸ਼ਾਹ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤੇ ਹੋਏ ਨੇ ਤੇ ਸੱਚ ਹੈ, ਗੁਰਮੁਖੋ ਸਾਡਾ ਇਤਿਹਾਸ ਕਹਿੰਦਾ ਜਿਸ ਲੋਹੇ ਦੇ ਪਿੰਜਰੇ ਦੀ ਕੈਦ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਦਸ਼ਾਹ ਨੇ ਪਾਇਆ ਸੀ ਨਾ, ਉਹ ਪਿੰਜਰਾ ਇਤਨਾ ਸੌੜਾ ਛੋਟਾ ਪਿੰਜਰਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਉਸ ਪਿੰਜਰੇ ਵਿੱਚ ਸਿੱਧੇ ਲੱਗ ਖੜੇ ਵੀ ਨਹੀਂ ਹੋ ਸਕਦੇ ਸਨ। ਫਿਰ ਇਤਿਹਾਸ ਕਹਿੰਦਾ ਵੀ ਉਸ ਪਿੰਜਰੇ ਦੇ ਵਿੱਚ ਲੋਹੇ ਦੀਆਂ ਕਿੱਲੀਆਂ, ਤਿੱਖੇ ਕਿੱਲ ਲੱਗੇ ਹੋਏ ਸਨ। ਕਿਸੇ ਪਾਸੇ ਸਰੀਰ ਦਾ ਢੋਲ ਆ ਕਰਕੇ ਮਨੁੱਖ ਖੜ ਵੀ ਨਹੀਂ ਸਕਦਾ ਸੀ, ਕਿਉਂਕਿ ਅਗਰ ਖੜਦਾ ਸੀ ਤੇ ਉਹ ਤਿੱਖੇ ਕਿੱਲ ਸਨ, ਸਰੀਰ ਨੂੰ ਚੁਭਦੇ ਦਰਦ ਹੁੰਦਾ ਸੀ। ਕਾਰਨ ਇਹ ਵੀ ਇਹਨਾਂ ਨੂੰ ਸਤਾਇਆ ਜਾਵੇ, ਦੁੱਖ ਦਿੱਤਾ ਜਾਵੇ। ਸਰੀਰ ਦੇ ਦੁੱਖ ਤੋਂ ਤੰਗ ਆ ਕਰਕੇ ਤੇ ਸਾਡੀ ਈਨ ਮੰਨ ਲੈਣਗੇ, ਜਾਂ ਕਰਾਮਾਤ ਵਿਖਾਉਣਗੇ, ਜਾਂ ਧਰਮ ਤਬਦੀਲ ਕਰ ਲੈਣਗੇ। ਬੜਾ ਲੰਬਾ ਸਮਾਂ ਉਹ ਜਿਹੜਾ ਪਿੰਜਰਾ ਹੈ ਬਤੌਰ ਗੁਰੂ ਦੀ ਨਿਸ਼ਾਨੀ ਵਜੋਂ ਪਿਆ ਰਿਹਾ, ਫਿਰ ਕੁਝ ਕਾਰਨਾਂ ਕਰਕੇ ਉਹ ਗਵਾਚਿਆ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਦੁੱਖ ਦੇਣ ਦੇ ਲਈ, ਮਹਾਰਾਜ ਕੇ ਪਿੰਡੇ ਤੇ ਤਸ਼ੱਦਦ ਕਰਨ ਦੇ ਲਈ ਬਾਦਸ਼ਾਹ ਔਰੰਗਜ਼ੇਬ ਨੇ ਮਹਾਰਾਜ ਜੀ ਕੇ ਸਰੀਰ ਤੋਂ ਛੋਟੇ ਆਕਾਰ ਦੇ ਪਿੰਜਰੇ ਦੇ ਵਿੱਚ ਮਹਾਰਾਜ ਜੀਆਂ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਸੀ। ਸੋ ਇਹ ਵੀ ਇੱਕ ਬੜਾ ਭਾਰੀ ਕਸ਼ਟ ਹੈ। ਨਮੋ ਕਰੀ ਸਿੱਖ ਦੇਖ, ਜਿਹੜਾ ਸਿੱਖ ਆਇਆ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ, ਜਿਸ ਵੇਲੇ ਇਸਨੇ ਕਸ਼ਟ ਵਿੱਚ ਵੇਖਦਾ ਹੈ, ਕਿਉਂਕਿ ਬਾਹਰੀ ਪੱਧਰ ਤੇ ਚਲੋ ਜੋ ਵੀ ਵੇਖੇਗਾ ਉਸ ਨੂੰ ਮਹਿਸੂਸ ਹੋਵੇਗਾ ਹੀ ਮਹਾਰਾਜ ਤੇ ਆਪਣੀ ਮੌਜ ਵਿੱਚ ਕਸ਼ਟ ਵੀ ਚੱਲ ਰਿਹਾ, ਲੇਕਿਨ ਪਿਆਰ ਕਰਨ ਵਾਲਾ ਜਦੋਂ ਕਿਤੇ ਕੋਈ ਦੇਖੇਗਾ ਉਸ ਨੂੰ ਤੇ ਸੱਚਮੁੱਚ ਮਹਿਸੂਸ ਹੋਵੇਗਾ ਕਿ ਬਹੁਤ ਭਾਰੀ ਕਸ਼ਟ ਸਹਿਨ ਕਰ ਰਹੇ ਹਨ। ਸੋ ਜਿਵੇਂ ਸਿੱਖ ਦੇਖਦਾ ਹੈ ਉਹਦੇ ਅੰਦਰ ਤੋਂ ਰਿਆ ਨਹੀਂ ਜਾਂਦਾ। ਭਾਈ ਸਾਹਿਬ ਜੀ ਹੋਰਾਂ ਨੇ ਬਚਨ ਲਿਖੇ ਨੇ, ਮੁਚਿਓ ਬਿਲੋਚਨ ਜਲ ਤਵੈ, ਸੰਕਟ ਹਿਰਦੈ ਵਿਸ਼ੇਖ। ਜਿਵੇਂ ਮਹਾਰਾਜ ਜੀ ਕੇ ਤਨ ਤੇ ਨਜ਼ਰ ਪਈ ਤੇ ਜਿਤਨਾ ਕਸ਼ਟ ਗੁਰਦੇਵ ਉਸ ਛੋਟੇ ਜਿਹੇ ਪਿੰਜਰੇ ਦੇ ਵਿੱਚ ਅਤਿਅੰਤ ਕਠਨ ਤਰੀਕੇ ਦੇ ਨਾਲ ਖੜੇ ਹੋ ਕਰਕੇ ਝੱਲ ਰਹੇ ਸਨ, ਸਿੱਖ ਦੇ ਨੇਤਰਾਂ 'ਚੋਂ ਉਸੇ ਵਕਤ ਵੇਖਦਿਆਂ ਹੀ ਨੀਰ 'ਚ ਬਹਿ ਤੁਰਿਆ। ਸਿੱਖ ਦੇ ਨੇਤਰ ਵੈਰਾਗਮਈ ਹੋ ਗਏ। ਮਹਾਰਾਜ ਜੀ ਕਾ ਸਰੀਰ ਦਾ ਦੁੱਖ ਦੇਖ ਕਰਕੇ ਸਿੱਖ ਤੋਂ ਰਿਹਾ ਨਹੀਂ ਗਿਆ, ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਤਬੈ ਸੰਕਟ ਹਿਰਦੈ ਵਿਸ਼ੇਖ, ਕਿਉਂਕਿ ਉਹ ਜਿਹੜਾ ਦੁੱਖ ਹੈ ਉਹ ਕੇਵਲ ਗੁਰੂ ਦੇ ਪਿੰਡੇ ਤੇ ਨਹੀਂ ਹੈ। ਜਿਹੜਾ ਸਿੱਖ ਸਾਹਮਣੇ ਖੜਾ ਆਪਣੇ ਗੁਰੂ ਦੀ ਐਸੀ ਹਾਲਾਤ ਵੇਖ ਰਿਹਾ, ਸੱਚਮੁੱਚ ਉਤਨੀ ਪੀੜ ਹੀ ਸਿੱਖ ਦੇ ਹਿਰਦੇ ਵਿੱਚ ਵੀ ਹੋ ਰਹੀ ਹੈ। ਹਾਲਾਂਕਿ ਅਸੀਂ ਕਹਿ ਸਕਦੇ ਹਾਂ ਮਹਾਰਾਜ ਤੇ ਪਿੰਡੇ ਤੋਂ, ਸਰੀਰ ਤੋਂ ਬਹੁਤ ਵਿਰਕਤ ਨੇ, ਨਿਰਲੇਪ ਨੇ। ਸਰੀਰ ਦਾ ਦੁੱਖ ਉਹਨਾਂ ਨੇ ਕਦੇ ਇਸ ਤਰੀਕੇ ਹੰਢਾਇਆ ਹੀ ਨਹੀਂ, ਲੇਕਿਨ ਇੱਕ ਭਾਵਨਾ ਵਾਲਾ, ਇੱਕ ਪਿਆਰ ਵਾਲਾ ਜਦੋਂ ਕਿਤੇ ਉਹਨਾਂ ਨੂੰ ਵੇਖੇਗਾ ਤੇ ਉਹਦੇ ਨੇਤਰਾਂ ਵਿੱਚੋਂ ਲਾਜ਼ਮੀ ਜਲ ਆਵੇਗਾ, ਕਿਉਂਕਿ ਜਿਹੜਾ ਗੁਰੂ ਹੈ ਸਿੱਖ ਦਾ ਹਿਰਦਾ ਹੈ, ਸਿੱਖ ਦਾ ਅੰਦਰ ਹੈ। ਹੁਣ ਜਿਸ ਵਕਤ ਆਏ ਹੋਏ ਸਿੱਖ ਨੇ ਮਹਾਰਾਜ ਜੀ ਕੀ ਐਸੀ ਕਸ਼ਟਦਾਇਕ ਹਾਲਾਤ ਵੇਖੀ ਤੇ ਇਉਂ ਲੱਗਾ ਵੀ ਜਿਵੇਂ ਇਹ ਜਿਹੜੀਆਂ ਪਿੰਜਰੇ ਦੀਆਂ ਛੁਰੀਆਂ ਹਨ ਇਹ ਸਿੱਧੀਆਂ ਸਿੱਖ ਦੇ ਹਿਰਦੇ ਵਿੱਚ ਵੱਜ ਰਹੀਆਂ ਹਨ। ਮਹਾਰਾਜ ਜੀ ਵੱਲ ਤੱਕਦਾ ਹੀ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਹੈ। ਚੌਪਈ
ਹਾਥ ਜੋੜ ਸਭ ਅਰਜ ਗੁਜਾਰੀ। ਹੱਥ ਜੋੜ ਕਰਕੇ ਫਿਰ ਇਹ ਸਿੱਖ ਨੇ ਮਹਾਰਾਜ ਜੀ ਕੇ ਚਰਨਾਂ ਵਿੱਚ ਇਉਂ ਬੇਨਤੀ ਕੀਤੀ ਹੈ। ਆਇਸ ਮਾਨ ਕੁਟੰਬ ਤੁਮਾਰੀ। ਕਹਿਣ ਲੱਗਾ ਮਹਾਰਾਜ ਆਪ ਜੀ ਕੀ ਆਗਿਆ ਨੂੰ ਮੰਨਦਿਆਂ ਹੋਇਆਂ ਆਪ ਜੀ ਦਾ ਜਿਹੜਾ ਪਰਿਵਾਰ ਹੈ, ਜਿਵੇਂ ਲਾਲ ਗੋਬਿੰਦ ਰਾਏ ਜੀ ਨੇ, ਮਾਤਾ ਨਾਨਕੀ ਜੀ ਨੇ, ਮਾਤਾ ਗੁਜਰ ਕੌਰ ਜੀ ਨੇ, ਹੋਰ ਜਿਹੜੇ ਪਿਆਰ ਵਾਲੇ ਸਿੱਖ ਅਨੰਦਪੁਰ ਸਾਹਿਬ ਵਸਦੇ ਹਨ, ਸੋ ਆਪ ਜੀ ਦਾ ਜਿਹੜਾ ਕੁਟੰਬ ਹੈ ਜੀ, ਤਜ ਲਖਨੌਰ ਅਨੰਦਪੁਰ ਗਏ। ਆਪ ਜੀ ਦਾ ਹੁਕਮ ਮੰਨਦਿਆਂ ਹੋਇਆਂ ਇਧਰੋਂ ਲਖਨਊ ਦੀ ਧਰਤੀ ਤੋਂ ਚੱਲ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਹਨ ਤੇ ਉਸ ਸਥਾਨ ਤੇ ਰਹਿ ਰਹੇ ਹਨ। ਬਿਰਧ ਮਾਤਾ ਕੋ ਸੰਕਟ ਭਏ। ਲੇਕਿਨ ਬਿਰਧ ਮਾਤਾ ਨਾਨਕੀ ਜੀ ਜਿਹੜੇ ਹਨ ਉਹ ਆਪ ਜੀ ਨੂੰ ਬਹੁਤ ਯਾਦ ਕਰਦੇ ਹਨ ਤੇ ਸੱਚਮੁੱਚ ਗੁਰਮੁਖੋ ਹੁਣ ਮਾਂ ਹੈ, ਮਾਂ ਨੂੰ ਤੇ ਪੁੱਤਰ ਦੀ ਯਾਦ ਆਵੇਗੀ। ਭਾਵੇਂ ਮਹਾਰਾਜ ਕੀ ਆਪਣੀ ਵੀ ਬਹੁਤ ਵੱਡੀ ਆਰਬਲਾ ਹੈ, ਪਰੰਤੂ ਮਾਂ ਦੇ ਲਈ ਤੇ ਪੁੱਤਰ ਪੁੱਤਰ ਹੀ ਹੈ ਨਾ। ਸੋ ਬਿਰਧ ਮਾਤਾ ਨਾਨਕੀ ਜੀ ਮਹਾਰਾਜ ਆਪ ਜੀਆਂ ਨੂੰ ਬਹੁਤ ਯਾਦ ਕਰਦੇ ਹਨ ਤੇ ਮਾਤਾ ਜੀਆਂ ਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਸ ਵਿੱਚ ਪ੍ਰੇਮ ਵੀ ਬਹੁਤ ਹੈ, ਕਿਉਂਕਿ ਮਹਾਰਾਜ ਨੇ ਪੂਰਬ ਦੇਸ਼ ਤੱਕ ਦੀਆਂ ਯਾਤਰਾਵਾਂ ਕੀਤੀਆਂ ਤੇ ਜਿੱਥੇ ਵੀ ਮਹਾਰਾਜ ਗਏ ਮਾਤਾ ਜੀਆਂ ਨੂੰ ਨਾਲ ਹੀ ਰੱਖਦੇ ਨੇ। ਤੇ ਜਦੋਂ ਸਮਾਂ ਬਣਦਾ ਹੈ ਮਾਤਾ ਜੀਓ ਕੇ ਚਰਨਾਂ ਵਿੱਚ ਬਹਿ ਕਰਕੇ ਮਿੱਠੇ ਬਚਨਾਂ ਰਾਹੀਂ ਵਿਚਾਰਾਂ ਕਰਦੇ ਨੇ, ਬਾਤਾਂ ਕਰਦੇ ਨੇ। ਸੋ ਬਹੁਤ ਪ੍ਰੇਮ ਹੈ। ਭਾਵੇਂ ਹੁਣ ਇਜਾਜ਼ਤ ਲੈ ਕੇ ਹੀ ਇੱਥੋਂ ਤੱਕ ਪਹੁੰਚੇ ਹਨ, ਫਿਰ ਵੀ ਜਿਹੜਾ ਪ੍ਰੇਮ ਹੈ ਉਹ ਵਾਰ-ਵਾਰ ਹਿਰਦੇ ਨੂੰ ਵਿਆਕੁਲ ਕਰ ਰਿਹਾ ਹੈ ਜੀ। ਬਾਰ ਬਾਰ ਲੈ ਸਵਾਸ ਵਡੇਰੇ। ਤੇ ਬਿਰਧ ਹਨ ਮਾਤਾ ਜੀ ਆਪ ਜੀਆਂ ਨੂੰ ਯਾਦ ਕਰਕੇ, ਆਪ ਜੀਆਂ ਨੂੰ ਚੇਤਾ ਕਰਕੇ ਵਾਰ-ਵਾਰ ਲੰਬੇ ਠੰਡੇ ਸਾਹ ਲੈਣੇ, ਜਿਵੇਂ ਆਪਾਂ ਕਹਿ ਲਈਏ। ਹਾਲਾਂਕਿ ਆਗਿਆ ਵੀ ਮਾਤਾ ਜੀ ਕੀ ਹੈ ਤੇ ਇਹ ਵੀ ਅਸੀਂ ਨਹੀਂ ਕਹਿ ਸਕਦੇ ਵੀ ਮਾਤਾ ਜੀ ਕੋਈ ਸੰਸਾਰਿਕ ਬਿਰਤੀਵਤ ਨੇ। ਸੰਸਾਰਿਕ ਹਿਰਦਾ ਨਹੀਂ ਹੈ ਮਾਤਾ ਜੀ ਦਾ, ਜਿਵੇਂ ਆਮ ਸਾਡੇ ਵਰਗੇ ਮਨੁੱਖਾਂ ਦਾ ਹੁੰਦਾ, ਦੁੱਖ ਵਿੱਚ ਰੋਣਾ, ਸੁੱਖ ਵਿੱਚ ਹੱਸਣਾ। ਕਿਉਂਕਿ ਉਹਨਾਂ ਦਾ ਆਪਣੇ ਨਿੱਜੀ ਜੀਵਨ ਦਾ ਇੱਕ ਬਹੁਤ ਵੱਡਾ ਤਪ ਹੈ, ਬਹੁਤ ਵੱਡੀ ਸੇਵਾ ਹੈ। ਜੀਵਨ ਦਾ ਲੰਬਾ ਸਮਾਂ ਉਹਨਾਂ ਨੇ ਆਪਣੇ ਪਤੀ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਗੁਜ਼ਾਰਿਆ ਹੈ। ਉਸ ਤੋਂ ਉਪਰੰਤ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਗ ਤੇ ਬਾਕੀ ਦਾ ਪਰਿਵਾਰ ਸਭ ਗੁਰੂ ਪਦਵੀ ਤੱਕ ਹੈ। ਸੋ ਇਹ ਉਹਨਾਂ ਦੀ ਇੱਕ ਆਪਣੀ ਕਮਾਈ ਹੈ, ਲੇਕਿਨ ਫਿਰ ਵੀ ਇੱਕ ਸੰਸਾਰਿਕ ਨਾਤਾ ਹੈ। ਸੋ ਇਹ ਸਭ ਕੁਝ ਸੋਚ ਕਰਕੇ, ਵਿਚਾਰ ਕਰਕੇ, ਜਾਂ ਇਉਂ ਵੀ ਅਸੀਂ ਕਹਿ ਸਕਦੇ ਹਾਂ ਵੀ ਪੁੱਤਰ ਦੀ ਕਮਾਈ ਵੱਲ ਤੱਕ ਕੇ ਵੀ ਕਈ ਵਾਰ ਮਾਤਾ ਦਾ ਅੰਦਰੋਂ ਹੌਕਾ ਠੰਡਾ ਸਾਹ ਨਿਕਲ ਆਉਂਦਾ ਹੈ। ਵਾਰ-ਵਾਰਲੇ ਸਵਾਸ ਵਡੇਰੇ ਸਿੱਖ ਮਹਾਰਾਜ ਜੀਆਂ ਨੂੰ ਮਾਤਾ ਜੀ ਪ੍ਰਤੀ ਦੱਸ ਰਿਹਾ ਹੈ। ਬੈਠਤ ਊਠਤ ਦਿਰਗਨ ਜਲ ਗੇਰੇ। ਤੇ ਕਈ ਵਾਰ ਬਾਤਾਂ ਕਰਦਿਆਂ ਹੋਇਆਂ ਨਾ ਮਾਤਾ ਜੀਓ ਕੇ ਜਿਹੜੇ ਨੇਤਰ ਹਨ ਜਲ ਵਿੱਚ ਭਰ ਜਾਂਦੇ ਹਨ, ਕਿਉਂਕਿ ਮਾਂ ਹੈ ਨਾ ਨਿਰਾ। ਅਸੀਂ ਇਹ ਇੱਕ ਪੱਖ ਤੋਂ ਇਹ ਤਾਂ ਕਹਿ ਦਿੰਦੇ ਆ ਵੀ ਮਾਤਾ ਜੀਓ ਕੀ ਬਖਸ਼ਿਸ਼ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੋਰ ਦਿੱਤਾ, ਪਰੰਤੂ ਕਿਤੇ ਨਾ ਕਿਤੇ ਮਾਂ ਪੁੱਤਰ ਦਾ ਸੰਸਾਰਿਕ ਸੰਬੰਧ ਵੀ ਉਦਾਂ ਹੀ ਜੁੜਿਆ ਹੁੰਦਾ ਜਿੱਦਾਂ ਸਾਡੇ ਮਾਪਿਓ ਦੇ ਨਾਲ ਜੁੜੇ ਹੋਏ ਨੇ। ਹਿਰਦਾ ਹੈ ਨਾ, ਇਹਦੇ ਵਿੱਚ ਸਾਰੇ ਗੁਣ ਹੈਗੇ ਨੇ। ਇਹ ਨਹੀਂ ਵੀ ਜੇ ਕੋਈ ਭਗਤੀ ਕਰਦਾ, ਤਪ ਕਰਦਾ ਤੇ ਉਹਦਾ ਹਿਰਦਾ ਕੁਝ ਹੋਰ ਹੋ ਜਾਂਦਾ। ਅਸਲ ਵਿੱਚ ਭਗਤੀ ਕਰਨ ਵਾਲੇ ਦਾ ਹਿਰਦਾ ਤਾਂ ਸਾਡੇ ਸੰਸਾਰੀਆਂ ਨਾਲੋਂ ਕਿਤੇ ਕੋਮਲ ਹੋ ਜਾਂਦਾ ਹੈ। ਇਸ ਗੱਲ ਨੂੰ ਖਿਆਲ ਨਾਲ ਸੁਣਿਓ। ਅਸੀਂ ਜਿਹੜੇ ਸੰਸਾਰਿਕ ਬਿਰਤੀ ਵਿੱਚ ਵਿਚਰ ਰਹੇ ਹਾਂ ਨਾ, ਤੇ ਅਸੀਂ ਕਹਿ ਸਕਦੇ ਹਾਂ ਸਾਡਾ ਹਿਰਦਾ ਜੇ ਬੜਾ ਕਠੋਰ ਹੈ। ਆਪਣੇ ਨੂੰ ਕਿਸੇ ਨੂੰ ਦੁੱਖ ਹੋਵੇ ਤੇ ਅਸੀਂ ਰੋਂਦੇ ਹਾਂ, ਉੱਥੇ ਸੰਸਾਰ ਵਿੱਚ ਕਿਸੇ ਨੂੰ ਕੋਈ ਦੁੱਖ ਹੋਵੇ ਤੇ ਸਾਨੂੰ ਕੋਈ ਪਰਵਾਹ ਨਹੀਂ। ਬੇਸ਼ੱਕ ਅੱਖਾਂ ਸਾਹਮਣੇ ਕਿਸੇ ਦਾ ਕਤਲ ਹੋ ਜਾਏ, ਕਿਸੇ ਨੂੰ ਕੋਈ ਚੀਰ ਪਾੜ ਦਿੱਤਾ ਜਾਏ, ਸਾਨੂੰ ਕੋਈ ਐਡਾ ਦੁੱਖ ਨਹੀਂ ਹੁੰਦਾ। ਜੇ ਕੋਈ ਭਗਤੀ ਕਰਨ ਵਾਲਾ ਹੈ, ਰੱਬ ਜੀ ਦੀ ਯਾਦ ਵਿੱਚ ਜੁੜਨ ਵਾਲਾ ਗੁਰਮੁਖ ਹਿਰਦਾ ਹੈ, ਸੱਚਮੁੱਚ ਉਹ ਜਿੰਨਾ ਪਿਆਰ ਆਪਣੇ ਨਾਲ ਕਰਦਾ ਨਾ, ਓਨਾ ਸ੍ਰਿਸ਼ਟੀ ਦੀ ਹਰ ਕਾਇਨਾਤ ਦੇ ਮਨੁੱਖ ਨਾਲ ਕਰਦਾ ਹੈ, ਕਾਇਨਾਤ ਦੇ ਹਰ ਮਨੁੱਖ ਨਾਲ ਕਰਦਾ ਹੈ। ਕਿਉਂਕਿ ਉਹਨੂੰ ਸਾਰਿਆਂ ਦੇ ਅੰਦਰ ਇੱਕੋ ਪਰਮਾਤਮਾ, ਇੱਕੋ ਜੋਤ ਨਜ਼ਰ ਆਉਂਦੀ ਹੈ। ਇਸ ਲਈ ਉਹਦਾ ਜਿਹੜਾ ਦੁੱਖ, ਉਹ ਕਿਸੇ ਦਾ ਵੀ ਦੁੱਖ ਵੇਖਦਾ ਹੈ, ਉਹਨੂੰ ਆਪਣੇ ਉੱਪਰ ਮਹਿਸੂਸ ਕਰਕੇ ਤੇ ਉਹ ਉਸ ਨੂੰ ਆਪਣੇ ਆਪ ਉਹਦੇ ਪ੍ਰਭਾਵ ਨੂੰ ਮਾਣ ਸਕਦਾ। ਇਸ ਲਈ ਮਾਤਾ ਜੀ, ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਜਾਜ਼ਤ ਲਈ ਹੈ, ਪਤਾ ਹੈ, ਭਾਵੇਂ ਮਾਤਾ ਜੀ ਸਭ ਜਾਣਦੇ ਨੇ ਅੰਤਰਾਤਮਾ ਤੇ ਉਹਨਾਂ ਨੂੰ ਸੋਝੀ ਹੈ,
ਫਿਰ ਵੀ ਅਸੀਂ ਕਹਿ ਸਕਦੇ ਹਾਂ ਵੀ ਸੰਸਾਰਿਕ ਰਿਸ਼ਤੇ ਵਿੱਚ ਜਦੋਂ ਕਿਤੇ ਮਾਂ ਨੂੰ ਪੁੱਤਰ ਦੀ ਯਾਦ ਆਉਂਦੀ ਹੈ ਤੇ ਨੇਤਰ ਜਿਹੜੇ ਹਨ ਉਹ ਸੇਜਲ ਹੋ ਜਾਂਦੇ ਹਨ। ਤਿਮ ਸ੍ਰੀ ਗੁਜਰੀ ਬਹੁ ਦੁਖ ਪਾਵੈ। ਇਸੇ ਵਿਧੀ ਮਾਤਾ ਗੁਜਰੀ ਜੀ ਕਾ ਹਿਰਦਾ, ਕਿਉਂਕਿ ਮਹਾਰਾਜ ਕੇ ਮਹਲ ਨੇ ਕਦੇ ਕਦੇ ਜਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕੋਈ ਬਖਸ਼ਿਸ਼ ਕੋਈ ਬਾਤ ਯਾਦ ਆਉਂਦੀ ਹੈ, ਫਿਰ ਉਹਨਾਂ ਦਾ ਵੀ ਹਿਰਦਾ ਜਿਹੜਾ ਹੈ ਉਹ ਵੈਰਾਗਮਈ ਹੁੰਦਾ ਹੈ ਜੀ। ਤੁਮਰੀ ਦਿਸ ਨਿਤ ਪ੍ਰਤ ਚਿਤ ਲਾਵੈ। ਤੇ ਨਿਤ ਪ੍ਰਤ ਹਰ ਵਕਤ ਜਿਹੜਾ ਖਿਆਲ ਹੈ ਮਹਾਰਾਜ ਆਪ ਜੀ ਕੀ ਯਾਦ, ਆਪ ਜੀ ਕੇ ਸਿਮਰਨ ਵਿੱਚ ਹੁੰਦਾ ਹੈ ਜੀ। ਕਹਾਂ ਹੋਏ ਹੈ ਲਖੀ ਨ ਜਾਏ। ਤੇ ਇਹ ਵੀ ਵਿਚਾਰ ਕਰਦੇ ਹਨ ਮਾਤਾ ਜੀ ਵੀ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਣਾ ਹੈ। ਆਪ ਤੇ ਜਾਣਦੇ ਹੋ, ਜਾਣੀ ਜਾਣ ਸਤਿਗੁਰੂ, ਲੇਕਿਨ ਮਾਤਾ ਜੀ ਅਜੇ ਇਹ ਜਾਣਦੇ ਹਨ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ, ਕਿਵੇਂ, ਉਹ ਸਭ ਆਪ ਜਾਣਦੇ ਹੋ। ਮਾਤਾ ਜੀਆਂ ਨੂੰ ਅਜੇ ਪੂਰਨ ਪਤਾ ਨਹੀਂ ਹੈ। ਨਿਸ ਦਿਨ ਚਿੰਤਾ ਕਰਤ ਬਿਤਾਏ। ਇਸ ਵਿਧਨਾ ਕਈ ਵਾਰ ਮਾਤਾ ਜੀ ਜਾਂ ਮਾਤਾ ਗੁਜਰ ਕੌਰ ਜੀ ਗੁਰੂ ਕੇ ਮਹਲ ਕਈ ਵਾਰ ਆਪਸ ਵਿੱਚ ਬੈਠ ਕਰਕੇ ਇਸ ਬਾਤ ਨੂੰ ਵਿਚਾਰਦੇ ਹਨ। ਸਾਹਿਬ ਜਾਦਾ ਦੇ ਅਹਿਲਾਦ। ਤੇ ਨਾਲ ਹੀ ਆਪ ਜੀ ਕੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਉਹ ਵੀ ਵਿਚਰਦੇ ਹਨ। ਦੇ ਹਾਲਾਤ ਤੇ ਕਦੇ ਕਦੇ ਨਾ ਮਾਤਾਵਾਂ ਬੈਠ ਕਰਕੇ ਸਾਹਿਬਜ਼ਾਦਾ ਗੁਰੂ ਗੋਬਿੰਦ ਰਾਏ ਸਾਹਿਬ ਜੀਆਂ ਨੂੰ ਵੀ ਹੌਸਲਾ ਬਖਸ਼ਦੇ ਹਨ। ਧੀਰ ਧਰਾਵੈ ਕਰ ਤੁਮ ਯਾਦ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਤੋਂ ਬਚਪਨ ਤੇ ਹੀ ਬਖਸ਼ਿਸ਼ ਹੈ, ਇਸ ਲਈ ਉਹ ਵੀ ਨਾਲ ਬੈਠ ਕਰਕੇ ਵਿਚਾਰਾਂ ਕਰਦੇ ਹਨ ਤੇ ਮਾਤਾ ਜੀਆਂ ਨੂੰ ਧੀਰਜ ਬਖਸ਼ਦੇ ਹਨ। ਕਹਿ ਮਹਿਮਾ ਬਿਦ ਅਨਕ ਤੁਮਾਰੀ। ਆਪ ਜੀ ਕੀ ਮਹਿਮਾ ਹੈ, ਕੀ ਵਡਿਆਈ ਹੈ। ਹੁਣ ਸਾਡੇ ਵਰਗੇ ਆਮ ਸੰਸਾਰਿਕ ਮਨੁੱਖ ਨੂੰ ਕੀ ਸਮਝਣ। ਆਪ ਜੀ ਕੇ ਕੌਤਕ ਕੀ ਹਨ, ਕਿਉਂ ਆਪ ਜੀ ਇਸ ਕੈਦ ਪਏ ਹੋ, ਕਿਸ ਕਰਕੇ ਬਾਦਸ਼ਾਹ ਨਾਲ ਇਹ ਸਭ ਇਹ ਇੱਕ ਕਿਸਮ ਦੀ ਜੰਗ ਜਿਹੜੀ ਹੈ ਮਹਾਰਾਜ ਜੀ ਕੀ ਸ਼ੁਰੂ ਹੋਈ। ਸਾਡੇ ਵਰਗੇ ਸੰਸਾਰਿਕ ਜੀਵ ਇਸ ਨੂੰ ਕੀ ਸਮਝਣ। ਸੋ ਇਹ ਆਪ ਜੀ ਕੀ ਵਡਿਆਈ ਆਪ ਹੀ ਜਾਣਦੇ ਹੋ ਜੀ। ਕਾਰਨ ਕਰਨ ਸਕਤਰ ਭਾਰੀ। ਕਾਰਨ ਕਰਨਾ, ਕਿਉਂਕਿ ਇਹ ਜਿਤਨਾ ਵੀ ਔਰੰਗਜ਼ੇਬ ਨਾਲ ਜੋ ਕੁਝ ਵੀ ਹੁਣ ਵਰਤਣਾ ਹੈ ਜਾਂ ਜਿਵੇਂ ਉਸਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨਾ, ਇਹਦਾ ਕਾਰਨ ਤੇ ਕਾਰਨ ਨੂੰ ਕਰਨ ਦਾ ਜੋ ਵੀ ਉਪਰਾਲਾ ਹੈ ਇਹ ਸਭ ਆਪ ਜੀ ਕੀ ਹੀ ਇੱਕ ਸ਼ਕਤ ਇੱਕ ਤਾਕਤ ਹੈ ਜੀ। ਚਾਹੇ ਸੋ ਕਰੇ ਨਾ ਲੱਗੇ ਅਵਾਰੀ। ਆਪ ਚਾਹੋ ਤੇ ਸਭ ਕੁਝ ਕਰ ਸਕਦੇ ਹੋ ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਖਿਨ ਮਾਤਰ ਸਮਾਂ ਬਤੀਤ ਕੀਤੇ ਜੀ। ਆਪੇ ਰਚੀ ਬਾਰਤਾ ਸਾਰੀ। ਤੇ ਸਿੱਖ ਕਹਿ ਰਿਹਾ ਸੀ ਮਹਾਰਾਜ ਸਾਨੂੰ ਤੇ ਉਹ ਮਹਿਸੂਸ ਹੁੰਦਾ ਵੀ ਇਹ ਸਭ ਖੇਡ ਤੁਹਾਡੀ ਆਪਣੀ ਆਪ ਦੀ ਰਚੀ ਹੋਈ ਹੈ। ਜਾਂ ਜੇ ਅਸੀਂ ਉੱਦਾਂ ਬਾਤ ਕਰਾਂਗੇ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਰਚੀ ਖੇਡ ਕਹਿ ਲਵਾਂਗੇ, ਤੇ ਜੇ ਅਕਾਲ ਪੁਰਖ ਦੀ ਕਵਾਂਗੇ ਤਾਂ ਵੀ ਗੁਰੂ ਦੀ ਹੈ, ਕਿਉਂਕਿ ਗੁਰੂ ਤੇ ਅਕਾਲ ਪੁਰਖ ਦੀ ਰਜਾ ਵਿੱਚ ਹੀ ਵਰਤਦਾ। ਅਕਾਲ ਪੁਰਖ ਦਾ ਆਪਣਾ ਹੀ ਸਰਗੁਣ ਸਰੂਪ ਹੈ, ਇਸ ਲਈ ਇਹ ਖੇਡ ਪਰਮਾਤਮਾ ਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਕੀ ਆਪਣੀ ਰਚੀ ਹੋਈ ਹੈ, ਜੋ ਆਪ ਜੀਆਂ ਨੇ ਬਣਾਈ ਹੈ, ਭਾਵ ਪ੍ਰਗਟ ਕੀਤੀ ਹੈ ਜੀ। ਤਉ ਅਦਕ ਬਿਰਲਾਪੈ ਮਾਈ। ਲੇਕਿਨ ਮਾਤਾ ਜੀ ਜਿਹੜੇ ਹਨ ਉਹ ਆਪ ਜੀ ਨੂੰ ਬਹੁਤ ਯਾਦ ਕਰਦੇ ਹਨ। ਸਾਸ ਨੁਖਾ ਹੈ ਕੈ ਇਕ ਥਾਈ। ਹੁਣ ਇੱਕੋ ਥਾਂ ਭਾਵ ਆਨੰਦਪੁਰ ਸਾਹਿਬ ਹੀ ਸਾਸ ਨੁਖਾ ਮਾਤਾ ਨਾਨਕੀ ਮਾਤਾ ਗੁਜਰ ਕੌਰ ਜੀ ਵਿਰਾਜ ਰਹੇ ਹਨ। ਤਿਨਕੇ ਧੀਰ ਧਰਾਵਨ ਕਾਰਨ। ਹੁਣ ਜੋ ਉਹਨਾਂ ਨੇ ਸਾਡੇ ਪਾਸ ਸੁਨੇਹਾ ਦਿੱਤਾ ਹੈ ਕਿ ਜਾ ਕੇ ਮਹਾਲ ਮਾਲੂਮ ਕਰੋ, ਤੇ ਉਹਨਾਂ ਦੇ ਜਿਹੜਾ ਅੰਦਰ ਹੈ ਉਸ ਨੂੰ ਧੀਰਜਤਾ ਦੇਣ ਦੇ ਲਈ ਤੁਮਰੇ ਸੁਤਮੋ ਕੀਨ ਹਕਾਰਨ। ਆਪ ਜੀਓ ਕੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਸਾਨੂੰ ਇੱਥੋਂ ਤੱਕ ਭੇਜਿਆ ਕਿ ਜਾਓ ਦਿੱਲੀ ਦੀ ਧਰਤੀ ਤੇ ਪਿਤਾ ਗੁਰਦੇਵ ਜੀ ਦਾ ਸੁਨੇਹਾ ਲੈ ਕੇ ਆਓ, ਸਾਰ ਲੈ ਕਰਕੇ ਆਓ। ਇਹ ਸਿੱਖ ਹੈ ਜਿਹੜੇ ਇੱਥੇ ਵਿਚਰ ਰਹੇ ਨੇ, ਕਿਉਂਕਿ ਕੁਝ ਸਿੱਖਾਂ ਦਾ ਸਾਨੂੰ ਜ਼ਿਕਰ ਮਿਲਦਾ ਮਹਾਰਾਜ ਜੀ ਕੇ ਕੈਦ ਹੋਣ ਤੋਂ ਉਪਰੰਤ ਮਹਾਰਾਜ ਜੀ ਕੇ ਉਸ ਸਮੇਂ ਦੇ ਹਾਲ, ਜਾਂ ਜਿਵੇਂ ਅੱਗੇ ਇਤਿਹਾਸ ਵਿੱਚ ਆਵੇਗਾ ਸ਼ਹਾਦਤ ਹੋਣ ਤੋਂ ਉਪਰੰਤ ਭਾਈ ਜੀਵਨ ਸਿੰਘ ਜੀ ਹੋਰਾਂ ਦੇ ਸੀਸ ਲੈ ਕੇ ਜਾਣੇ। ਸੋ ਇਹ ਜਿਹੜੇ ਸਿੱਖ ਹਨ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਸ ਦਿੱਲੀ ਦੀ ਧਰਤੀ ਤੇ ਵਿਚਰ ਰਹੇ ਹਨ, ਤੇ ਜਿਵੇਂ ਮੁਲਾਕਾਤ ਹੋਈ ਹੈ ਆਪਸ ਵਿੱਚ ਬਾਤਾਂ ਕਰ ਰਹੇ ਸਨ। ਦਾਦੀ ਅਰ ਨਿਜ ਮਾਤ ਸੁਣਾਏ। ਦਾਦੀ ਅਰ ਨਿਜ ਮਾਤ ਸੁਣਾਏ, ਕਿਉਂਕਿ ਆਪ ਜੀਓ ਕਾ ਇੱਥੋਂ ਦਾ ਸਾਰਾ ਹਾਲ ਜਾਣ ਕਰਕੇ ਲਾਲ ਗੋਬਿੰਦ ਰਾਏ ਜੀ ਆਪਣੇ ਦਾਦੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰ ਕੌਰ ਜੀਆਂ ਨੂੰ ਦੱਸਣਗੇ ਜੀ। ਕਹਿਓ ਕਿ ਲੀਜੈ ਸੁਧ ਮੰਗਵਾਏ। ਆਪ ਹੀ ਕਿਹਾ ਹੈ ਵੀ ਚਲੋ ਉੱਥੋਂ ਦਾ ਜੋ ਹਾਲ ਹੈ
ਉਸ ਦਾ ਪਤਾ ਕਰਵਾ ਲੈਂਦੇ ਹਾਂ। ਜਿਵੇਂ ਹੀ ਕੋਈ ਖਬਰ ਆਉਂਦੀ ਹੈ ਫਿਰ ਆਪ ਜੀਆਂ ਨੂੰ ਦੱਸਦੇ ਹਾਂ ਜੀ। ਜਥਾ ਕਹਿ ਪਿਤ ਤਥਾ ਸੁਣੀਜੈ। ਜਥਾ ਕਹੈ ਭਾਵ ਜਿਵੇਂ ਆਪ ਜੀ ਹੁਣ ਹੁਕਮ ਦੇਵੋਗੇ, ਜਿਵੇਂ ਮੈਨੂੰ ਕਹੋਗੇ ਵੀ ਆਹ ਬਾਤ ਜਾ ਕੇ ਤੁਸੀਂ ਆਨੰਦਪੁਰ ਸਾਹਿਬ ਦੱਸਣੀ ਹੈ ਸਾਡੇ ਪਰਿਵਾਰ ਨੂੰ, ਦਾਸ ਸੇਵਕ ਉਸੇ ਤਰ੍ਹਾਂ ਹੀ ਜਾ ਕਰਕੇ ਦੱਸੇਗਾ ਜੀ। ਕਰੋ ਪ੍ਰਤੀਤ ਨਾ ਚਿੰਤਾ ਕੀਜੈ। ਕਰੋ ਪ੍ਰਤੀਤ ਭਾਵ ਚਿੰਤਾ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਪਿੱਛੇ ਵੀ ਧਰਵਾਸ ਦੇ ਰਹੇ ਸਨ, ਇੱਥੇ ਸਿੱਖ ਨੂੰ ਵੀ ਇਹ ਬਖਸ਼ਿਸ਼ ਕਰ ਰਹੇ ਹਨ। ਜੋ ਕਿਰਤ ਆਪ ਕਰਨ ਕੋ ਗਏ। ਜੋ ਕਿਰਤ ਆਪ ਕਰਨ ਕੋ ਗਏ। ਕਵੀ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜੋ ਕਾਰਜ ਆਪ ਕਰਨ ਦੇ ਲਈ ਇੱਥੇ ਦਿੱਲੀਪੁਰ ਆਏ ਹੋ, ਕੌਣ ਹਟਾਏ ਸਕੈ ਸੋ ਥੀਏ। ਇਸ ਕਾਰਜ ਵਿੱਚ ਹੁਣ ਤੁਹਾਨੂੰ ਹਟਾਉਣ ਵਿੱਚ ਕੋਈ ਸਮਰੱਥ ਨਹੀਂ ਹੈ, ਕੋਈ ਐਸੀ ਵੱਡੀ ਅਜ਼ਮਤ ਵਾਲਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਜੇ ਹੁੰਦਾ ਤੇ ਮੈਂ ਬੇਨਤੀ ਕਰਾਂ ਗੱਲ ਇੱਥੇ ਹੀ ਮੁੱਕ ਜਾਣੀ ਸੀ। ਜਿਸ ਦਿਨ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਚੱਲ ਕੇ ਆਏ ਸਨ ਤੇ ਮਹਾਰਾਜ ਨੇ ਕਿਹਾ ਸੀ ਕੋਈ ਧਰਮਾਤਮਾ ਸਿਦਕ ਵਾਲਾ ਕੋਈ ਸਿਰ ਦੇਵੇਗਾ ਤੇ ਇਹਨਾਂ ਦੇ ਧਰਮ ਬਚੇਗਾ। ਤੇ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਲਾਲ ਗੋਬਿੰਦ ਰਾਏ ਜੀਆਂ ਨੇ ਬਚਨ ਕਹਿ ਦਿੱਤੇ, ਆਪ ਜੀਆਂ ਤੋਂ ਵੱਡਾ ਧਰਮਾਤਮਾ ਹੁਣ ਇਸ ਧਰਤੀ ਤੇ ਕੌਣ ਹੈ। ਇਸ ਲਈ ਕੋਈ ਵੱਡਾ ਹੈ ਹੀ ਨਹੀਂ। ਜੇ ਕੋਈ ਹੋਵੇਗਾ ਤੇ ਇਸ ਤੋਂ ਵੱਡੀ ਕੋਈ ਕੀਰਤਕਾਰ ਕਰੇਗਾ, ਇਹ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਆਪ ਹੀ ਕਰਦੇ ਹਨ। ਕਹਿਓ ਮੋ ਸਤਿਗੁਰ ਕੇ ਹਾਥ। ਕਹਿਓ ਮੋ ਭਾਵੇ ਕਿਆ ਵੀ ਜੋ ਕੁਝ ਵਰਤ ਰਿਹਾ ਹੈ ਇਹ ਸਭ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਮੌਜ ਉਹਨਾਂ ਦੇ ਆਪਣੇ ਹੱਥ ਵਿੱਚ ਹੈ ਜੀ। ਕਰੋ ਲਿਖਾਵਨ ਹੈ ਜਿਮ ਗਾਥ। ਤੇ ਮਹਾਰਾਜ ਹੁਣ ਆਪ ਕਿਰਪਾ ਕਰੋ, ਇਸ ਸੇਵਕ ਨੂੰ ਦੱਸ ਦਿਓ, ਜਿਵੇਂ ਆਪ ਲਿਖਵਾਓਗੇ, ਜਿਵੇਂ ਦੱਸੋਗੇ ਉਸੇ ਤਰ੍ਹਾਂ ਜਾ ਕਰਕੇ ਅਸੀਂ ਇਹ ਹਾਲ ਜਿਹੜਾ ਹੈ ਆਪ ਜੀ ਕੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਸੁਣਾ ਦੇਣਾ ਹੈ। ਆਨ ਦਿਖਾਵੇ ਸੁਣ ਕੇ ਜਬੈ। ਆਨ ਦਿਖਾਵੇ ਭਾਵ ਸੁਣ ਕੇ ਜੋ ਕੁਝ ਹੈ ਜਿਵੇਂ ਆਪ ਬਖਸ਼ਿਸ਼ ਕਰੋਗੇ ਜਿਸ ਵਕਤ ਸੁਣਾਇਆ ਜਾਵੇਗਾ। ਧੀਰ ਤਰੈ ਦੁਖ ਪਰ ਹਰ ਸਬੈ। ਫਿਰ ਮਨ ਨੂੰ ਇੱਕ ਧੀਰਜਤਾ ਮਿਲ ਜਾਏਗੀ। ਹੁਣ ਜਿਹੜਾ ਇੱਕ ਭੈ ਹੈ ਨਾ ਮਨ ਅੰਦਰ, ਫਿਰ ਜਿਸ ਵਕਤ ਹਾਲ ਸੁਣਨਗੇ ਜਾਂ ਜਿਸ ਵਕਤ ਸਭ ਕੁਝ ਮਾਲੂਮ ਹੋ ਗਿਆ ਫਿਰ ਮਨ ਨੂੰ ਇੱਕ ਧਰਵਾਸ ਮਿਲ ਜਾਏਗਾ। ਇਸ ਕਾਰਨ ਤੇ ਮੈਂ ਚਲ ਆਇਓ। ਇਸ ਵਿਦ ਸਿੱਖ ਕਹਿਣ ਲੱਗਾ ਮਹਾਰਾਜ ਆਪ ਜੀ ਕੇ ਪਾਸ ਇਹ ਦਾਸ ਇਹ ਸੇਵਕ ਚੱਲ ਕੇ ਆਇਆ ਹੈ ਜੀ। ਸੁਧ ਰਾਵਰ ਕੀ ਚਾਹਤ ਪਾਇਓ। ਮਹਾਰਾਜ ਆਪ ਜੀਓ ਕੀ ਜਿਹੜੀ ਸ਼ੁੱਧ ਖਬਰ ਹੈ ਉਹ ਪਾਉਣੀ ਸੀ, ਇਸ ਕਰਕੇ ਆਪ ਜੀ ਕੇ ਇਸ ਪਵਿੱਤਰ ਸਥਾਨ ਭਾਵ ਦਿੱਲੀ ਤੱਕ ਪਹੁੰਚ ਕੀਤੀ ਹੈ। ਸਿੱਖ ਸੰਗਤ ਤਰ ਬ੍ਰਿੰਦ ਮਸੰਦ। ਸਿੱਖ ਸੰਗਤ ਕੁਝ ਸਿੱਖ ਸੰਗਤਾਂ ਕੁਝ ਹੋਰ ਮਸੰਦ ਜਿਹੜੇ ਕਿ ਮਹਾਰਾਜ ਜੀ ਕੇ ਸੇਵਕ ਹਨ। ਤੁਮ ਦਿਸ ਤੇ ਸਭ ਚਿੰਤ ਬਿਲੰਦ। ਉਹ ਵੀ ਮਹਾਰਾਜ ਆਪ ਜੀਆਂ ਕੋ ਵਿਚਾਰ ਕਰਕੇ ਆਪ ਜੀ ਕੇ ਕੌਤਕ ਵੇਖ ਕਰਕੇ ਬਹੁਤ ਚਿੰਤਤ ਹਨ। ਤੇ ਕੁਦਰਤੀ ਤੌਰ ਤੇ ਜਦੋਂ ਇਸ ਗੱਲ ਦੀ ਖਬਰ ਹਿੰਦੁਸਤਾਨ ਵਿੱਚ ਫੈਲ ਗਈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਬਾਦਸ਼ਾਹ ਨੇ ਗ੍ਰਿਫਤਾਰ ਕਰ ਲਿਆ ਹੈ, ਤੇ ਗੱਲ ਇੱਥੇ ਖੜੀ ਹੈ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਕਬੂਲ ਕਰ ਲੈਂਦੇ ਨੇ ਤੇ ਸਾਰਾ ਹਿੰਦੁਸਤਾਨ ਦੇਸ਼ ਸਨਾਤਨੀ ਮਤ ਇਸਲਾਮੀ ਹੋ ਜਾਏਗਾ। ਇਹ ਕੋਈ ਛੋਟੀ ਗੱਲ ਨਹੀਂ ਹੈ ਗੁਰਮੁਖੋ। ਇਹਦੇ ਵਿੱਚ ਬਹੁਤ ਵੱਡੇ ਐਸੇ ਇਉਂ ਕਹਿ ਲਈਏ ਵੀ ਸੰਸਾਰਿਕ ਤੇ ਲਾਜ਼ਮੀ ਚਿੰਤਤ ਹੋਏ ਹੋਣਗੇ। ਇੱਕ ਤੇ ਉਹ ਧਰਮ ਵਾਲੇ ਜਿਨ੍ਹਾਂ ਦਾ ਧਰਮਹੀਣ ਹੋ ਰਿਹਾ, ਇੱਕ ਸਿੱਖ ਜਗਤ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਲਈ ਆਪ ਉਸ ਸਥਾਨ ਤੇ ਕੈਦ ਵਿੱਚ ਪਏ ਹਨ ਤੇ ਬਾਦਸ਼ਾਹ ਨੇ ਆਹ ਸ਼ਰਤ ਰੱਖ ਦਿੱਤੀ ਹੈ। ਹੁਣ ਇਹ ਸ਼ਰਤ ਤੇ ਮਹਾਰਾਜ ਜੇ ਨਹੀਂ ਪੂਰੇ ਉਤਰਦੇ, ਜਾਂ ਮੈਂ ਇਉਂ ਬੇਨਤੀ ਕਰਾਂ ਵੀ ਜੇ ਗੁਰੂ ਤੇਗ ਬਹਾਦਰ ਜੀ ਇਸਲਾਮ ਵਿੱਚ ਨਹੀਂ ਆਉਂਦੇ ਤੇ ਫਿਰ ਬਾਦਸ਼ਾਹ ਬਖਸ਼ੇਗਾ ਨਹੀਂ, ਕਿਉਂਕਿ ਪਿੱਛੇ ਸਾਰੇ ਹਿੰਦੁਸਤਾਨ ਦੀ ਲੁਕਾਈ ਦਾ ਸਵਾਲ ਹੈ। ਉਹਨੇ ਜਿਵੇਂ ਕਿਵੇਂ ਯਤਨ ਕਰਨਾ ਹੈ ਵੀ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਹੀ ਜਾਏ। ਜੇ ਨਹੀਂ ਆਉਣਗੇ ਤੇ ਫਿਰ ਕਤਲ ਕੀਤਾ ਜਾਏਗਾ। ਸੋ ਇਸ ਕਰਕੇ ਸਾਰੀ ਸਿੱਖ ਸੰਗਤ, ਪੰਜਾਬ ਦੇਸ਼ ਕੀ ਪੂਰੇ ਹਿੰਦੁਸਤਾਨ ਦੇਸ਼ ਦੀ ਸਿੰਘ ਸੰਗਤ, ਮਹਾਰਾਜ ਜੀ ਕੇ ਘਰ ਦੇ ਮਸੰਦ ਸੇਵਕ ਸਭ ਇਸ ਗੱਲੋਂ ਚਿੰਤਤ ਹਨ ਕਿ ਹੁਣ ਸਮੇਂ ਦੀ ਹਕੂਮਤ ਦੇ ਨਾਲ ਜੋ ਖੇਡ ਬਣੀ ਹੈ
ਇਹ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਿਸਤਾਰਾ ਕਰ ਸਕਦੇ ਹਨ। ਹੋਰ ਹੁਣ ਇਸ ਪ੍ਰਥਾਏ ਕਿਸੇ ਨੂੰ ਕੋਈ ਇਲਮ ਨਹੀਂ ਹੈ ਵੀ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ। ਮਿਲੈ ਪਰਸ ਪਰ ਤਰੈ ਵਿਖਾਦਾ। ਮਿਲੈ ਪਰਸਪਰ ਜਦੋਂ ਵੀ ਕਿਤੇ ਆਪ ਜੀ ਕੇ ਗ੍ਰਹਿ ਸ਼੍ਰੀ ਅਨੰਦਪੁਰ ਸਾਹਿਬ ਆ ਕਰਕੇ ਮਿਲਦੇ ਹਨ ਤੇ ਫਿਰ ਬਹੁਤ ਵਾਰਤਾਲਾਪ ਹੁੰਦੀ ਹੈ ਜੀ। ਔਰੰਗ ਕੂਰ ਕਰਿਓ ਬੜ ਬਾਦਾ। ਤੇ ਸਭ ਇਹ ਕਹਿੰਦੇ ਹਨ ਵੀ ਇਹ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਗਲਤ ਕੀਤਾ ਹੈ, ਬਹੁਤ ਮਾੜਾ ਕੀਤਾ ਤੇ ਸੱਚਮੁੱਚ ਕੀਤਾ ਹੈ। ਇਹਦੇ 'ਚ ਕੋਈ ਦੁਰਾਵਾ ਨਹੀਂ। ਆਪਾਂ ਵੀ ਇਹੀ ਕਵਾਂਗੇ, ਫਕੀਰ ਤਬੀਅਤ ਇਨਸਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੰਦਗੀ ਦੇ ਮੁਜੱਸਮੇ, ਜਿਨ੍ਹਾਂ ਨਾਲ ਜ਼ੋਰ ਜ਼ਬਰਦਸਤੀ ਕਰਕੇ ਇੱਥੋਂ ਤੱਕ ਵੀ ਅਗਲੇ ਦਿਨਾਂ ਵਿੱਚ ਜਿਹੜੀ ਪ੍ਰਸੰਗ ਦੀ ਸਾਖੀ ਆਵੇਗੀ, ਮਹਾਰਾਜ ਜੀ ਦਾ ਸੀਸ ਕਲਮ ਕਰ ਦਿੱਤਾ ਗਿਆ, ਅਖੀਰ ਸ਼ਹਾਦਤ ਹੋ ਗਈ। ਲੇਕਿਨ ਬਾਦਸ਼ਾਹ ਨੇ ਆਪਣਾ ਹੱਟ ਨਹੀਂ ਛੱਡਿਆ। ਬਾਦਸ਼ਾਹ ਨੇ ਕਿਹਾ ਵੀ ਜਾਂ ਤਾਂ ਮੈਨੂੰ ਅਜ਼ਮਤ ਦਿਖਾਓ ਜਾਂ ਆਪਣਾ ਧਰਮ ਤਬਦੀਲ ਕਰੋ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਿੱਖ ਨੇ ਬਾਤ ਦੱਸੀ ਹੈ। ਮਹਾਰਾਜ ਸਾਰੇ ਚਿੰਤਤ ਹਨ, ਸਿੱਖ ਸੰਗਤਾਂ ਮਸੰਦ ਤੇ ਕਿਤੇ ਕਿਤੇ ਮਾਤਾ ਜੀ ਵੀ ਚਿੰਤਤ ਹੋ ਜਾਂਦੇ ਨੇ ਜਦੋਂ ਵਾਰਤਾਲਾਪ ਸੁਣਦੇ ਨੇ। ਆਈ ਹੋਈ ਸਾਰੀ ਸੰਗਤ, ਰੋਜ਼ ਦੀਆਂ ਬਾਤਾਂ ਚੱਲਦੀਆਂ ਹਨ, ਸਮੇਂ ਦੇ ਜੋ ਹਾਲਾਤ ਹਨ। ਲਾਲ ਗੋਬਿੰਦ ਰਾਏ ਜੀ ਧਰਵਾਸ ਦਿੰਦੇ ਨੇ, ਬਖਸ਼ਿਸ਼ਾਂ ਦਿੰਦੇ ਨੇ, ਲੇਕਿਨ ਫਿਰ ਵੀ ਇਸ ਹਿਰਦੇ ਵਿੱਚ ਇਸ ਚਿੰਤਾ ਦੇ ਬੱਦਲ ਜਿਹੜੇ ਹਨ ਉਹ ਬੜੇ ਮੰਡਰਾ ਰਹੇ ਹਨ। ਆਪ ਹੀ ਕਿਰਪਾ ਕਰੋ, ਆਪ ਹੀ ਬਖਸ਼ਿਸ਼ ਕਰੋ, ਕੋਈ ਨਿਵਾਰਨ ਹੋ ਜਾਏ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਆਏ ਹੋਏ ਸਿੱਖ ਨੂੰ ਬਖਸ਼ਿਸ਼ ਕਰਦੇ ਨੇ। ਜੋ ਵਿਚਾਰਾਂ ਹੁੰਦੀਆਂ ਨੇ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀਆਂ ਨੇ ਅਗਲੇ ਹਾਲ ਵਿੱਚ ਇਸ ਸਾਖੀ ਵਿੱਚ ਲਿਖੀਆਂ ਨੇ। ਯਤਨ ਕਰਾਂਗੇ ਆਉਣ ਵਾਲੇ ਦੀਵਾਨਾਂ ਵਿੱਚ ਇਹਨਾਂ ਸਮਿਆਂ ਦੌਰਾਨ ਹੀ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ। ਅੱਜ ਸਮਾਂ ਹੋ ਚੁੱਕਾ ਹੈ। ਗੁਰੂ ਇਤਿਹਾਸ ਦੀਆਂ ਵਿਚਾਰਾਂ ਨੂੰ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਹੁਣ ਗੁਰਬਾਣੀ ਦੇ ਕੀਰਤਨ ਹੋਣਗੇ। ਇਸੇ ਤਰ੍ਹਾਂ ਆਪ ਸੰਗਤਾਂ ਨੇ ਬਾਣੀ ਸੁਣਨੀ ਹੈ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਿਲੈ ਪਰਸ ਪਰ ਤਰੈ ਵਿਖਾਦਾ। ਔਰੰਗ ਕੂਰ ਕਰਿਓ ਬੜ ਬਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ